ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਗੁਰੂ ਸਵਾਰੀ ਪਰਮ ਸਤਿਕਾਰਯੋਗ ਸਾਧ ਸੰਗਤ ਜੀਓ, ਅੱਜ ਦਾਸ ਬ੍ਰਹਮ ਗਿਆਨੀ ਸੰਤ ਮਹਾਂਪੁਰਖ ਬਾਬਾ ਅਜੀਤ ਸਿੰਘ ਜੀ ਹੰਸਾਲੀ ਸਾਹਿਬ ਵਾਲੇ, ਉਹਨਾਂ ਦੀ ਅੰਤਰਾਤਮਾ ਦੀ ਗਹਿਰਾਈ ਦੀ ਇੱਕ ਝਲਕ ਆਪ ਸਾਰੀਆਂ ਸੰਗਤਾਂ ਦੇ ਨਾਲ ਦਾਸ ਸਾਂਝਾ ਕਰਦਾ ਹੈਗਾ। ਦੇਖੋ, ਜਿਵੇਂ ਮਹਾਂਪੁਰਖਾਂ ਦੇ ਬਚਨ ਵਾ ਕਿ ਅਸਲ ਦੇ ਵਿੱਚ ਸੰਤ ਉਹ ਹੁੰਦੇ ਆ ਜਿਹੜੇ ਧੁਰੋਂ ਦਰਗਾਹੋਂ ਆਉਂਦੇ ਆ, ਲੇਕਿਨ ਕਈ ਐਸੇ ਆਪਣੇ ਆਪ ਨੂੰ ਸੰਤ ਕਹਾਉਣ ਵਾਲੇ ਇਸ ਸੰਸਾਰ ਦੇ ਵਿੱਚ ਸਾਨੂੰ ਮਿਲ ਜਾਂਦੇ ਆ, ਪਰ ਅਸਲ ਦੇ ਵਿੱਚ ਉਹਨਾਂ ਦੇ ਅੰਦਰ ਸੰਤ ਨਾਂ ਦੇ ਕੋਈ ਗੁਣ ਨਹੀਂ ਹੁੰਦੇ। ਕਿਉਂਕਿ ਸੰਤ ਮਹਾਂਪੁਰਖ ਦੱਸਦੇ ਆ ਕਿ ਉਹੀ ਸੰਤ ਹੁੰਦੇ ਆ ਜਿਹੜੇ ਦਰਗਾਹ ਤੋਂ ਖਾਸ ਕਿਸੇ ਕਾਰਜ ਵਾਸਤੇ, ਇਸ ਸੰਸਾਰ ਦੀ ਭਲਾਈ ਵਾਸਤੇ ਆਉਂਦੇ ਆ। ਅਤੇ ਇਹਨਾਂ ਦੇ ਵਿੱਚੋਂ ਬ੍ਰਹਮ ਗਿਆਨੀ ਮਹਾਂਪੁਰਖ ਬਾਬਾ ਅਜੀਤ ਸਿੰਘ ਜੀ ਹੰਸਾਲੀ ਵਾਲੇ, ਇਹ ਆਪ ਸਾਰੀਆਂ ਸੰਗਤਾਂ ਜਾਣਦੀਆਂ ਕਿ ਉਹਨਾਂ ਦੇ ਜੀਵਨ ਦੀਆਂ ਇੱਕ ਨਹੀਂ ਅਨੇਕਾਂ ਰਹੱਸਮਈ ਘਟਨਾਵਾਂ ਹੈਗੀਆਂ। ਸੋ ਬਾਬਾ ਅਜੀਤ ਸਿੰਘ ਜੀ ਹੰਸਾਲੀ ਵਾਲਿਆਂ ਦਾ ਪਿੰਡ ਭਰਤਪੁਰ ਸੀਗਾ, ਅਤੇ ਮਹਾਂਪੁਰਖਾਂ ਦੀ ਮਾਤਾ ਦਾ ਨਾਂ ਸ਼ਾਂਤੀ ਦੇਵੀ ਅਤੇ ਪਿਤਾ ਦਾ ਨਾਮ ਮਨਸਾ ਸਿੰਘ ਸੀ। ਕਿਉਂਕਿ ਇਹੋ ਜਿਹੇ ਜਿਹੜੇ ਮਹਾਂਪੁਰਖ ਸੀ, ਇਹਨਾਂ ਦੀ ਬਚਪਨ ਤੋਂ ਹੀ ਰੁਚੀ ਇਸ ਪਾਸੇ ਬ੍ਰਹਮ ਗਿਆਨਵਾਦ ਦੇ ਵਿੱਚ ਨੱਕੋ ਨੱਕ ਭਰੀ ਹੁੰਦੀ ਆ। ਅਤੇ ਬਚਪਨ ਦੇ ਵਿੱਚ ਬਾਬਾ ਅਜੀਤ ਸਿੰਘ ਜੀ ਜਦ ਖੇਡਦੇ ਹੁੰਦੇ ਸੀ ਉਹਨਾਂ ਟਾਈਮਾਂ ਦੇ ਵਿੱਚ, ਅਤੇ ਇਹਨਾਂ ਦੀ ਮਾਤਾ ਜੀ ਜਦ ਇਹਨਾਂ ਨੂੰ ਨਲਾ ਧਲਾ ਕੇ ਸੋਹਣੇ ਵਸਤਰ ਪਵਾ ਕੇ ਜਦ ਇਹਨਾਂ ਨੂੰ ਤਿਆਰ ਕਰ ਦਿੰਦੀ ਸੀ ਤਾਂ ਮਹਾਂਪੁਰਖ ਬਾਹਰ ਚਲੇ ਜਾਂਦੇ ਸੀ। ਬਾਹਰ ਜਾ ਕੇ ਇੱਕ ਮਿੱਟੀ ਦੀ ਢੇਰੀ ਬਣਾ ਲੈਣੀ, ਉੱਥੇ ਹੈ ਨਾ ਬਾਬਾ ਜੀ ਨੇ ਇੱਕ ਛਿਟੀ ਗੱਡ ਦੇਣੀ ਅਤੇ ਉਹਦੇ ਵਿੱਚ ਆਪਣੀ ਜਿਹੜੀ ਕਮੀਜ਼ ਝੱਗਾ ਹੈਗਾ ਉਹ ਗੱਡ ਦੇਣਾ, ਅਤੇ ਨਾਲ ਕਹਿ ਸਾਰੇ ਆਪਣੇ ਮਿੱਤਰ ਸਾਥੀਆਂ ਨੂੰ ਨਾਲ ਲੈ ਕੇ ਕਹਿ ਦੇਣਾ, ਕਹਿੰਦੇ ਭਾਈ ਇਹ ਆਪਣਾ ਰਿਹਾ ਨਿਸ਼ਾਨ ਸਾਹਿਬ, ਅਤੇ ਸਾਰੇ ਇਸ ਨੂੰ ਮੱਥਾ ਟੇਕੋ। ਅਤੇ ਸਾਰੇ ਦੋਸਤਾਂ ਮਿੱਤਰਾਂ ਨੇ ਉਹਨਾਂ ਨੂੰ ਮੱਥਾ ਟੇਕਣਾ। ਜਦ ਇਸ ਤਰ੍ਹਾਂ ਦੇ ਖੇਡ ਜਿਹੜੇ ਸੀ ਮਹਾਂਪੁਰਖ ਬਚਪਨ 'ਚ ਖੇਡਦੇ ਹੁੰਦੇ ਸੀ, ਅਤੇ ਕਈ ਵਾਰ ਇਹਨਾਂ ਦੇ ਮਾਤਾ ਜੀ ਇਹਨਾਂ ਨੂੰ ਝੜਕ ਵੀ ਦਿੰਦੇ ਸੀ। ਕਹਿੰਦੇ ਸੀ ਹੁਣੇ ਮੈਂ ਤੁਹਾਨੂੰ ਨਲਾ ਧਲੋ ਕੇ ਭੇਜਿਆ ਹੈ, ਸੋਹਣੇ ਵਸਤਰ ਪਵਾਏ ਆ, ਅਤੇ ਤੁਸੀਂ ਹੁਣੇ ਆਪਣੇ ਜਿਹੜੇ ਆ ਕੱਪੜੇ ਆ ਉਹ ਮਿੱਟੀ ਦੇ ਵਿੱਚ ਲਵੇੜ ਕੇ ਅਤੇ ਇਸ ਤਰ੍ਹਾਂ ਦੀਆਂ ਖੇਡਾਂ ਖੇਡਦੇ ਆ। ਜਦ ਮਾਤਾ ਜੀ ਨੇ ਕਦੀ ਕਦੀ ਝੜਕਣਾ ਅਤੇ ਬਾਬਾ ਜੀ ਨੇ ਕਹਿਣਾ ਵੀ ਅਸੀਂ, ਸਾਡਾ ਮਨ ਕਰਨਾ ਵੀ ਇਹ ਘਰ ਛੱਡ ਕੇ ਨਾ ਕਿਤੇ ਅਸੀਂ ਚਲੇ ਜਾਈਏ। ਫਿਰ ਬਾਬਾ ਜੀ ਦੱਸਦੇ ਹੁੰਦੇ ਸੀਗੇ ਕਿ ਅਸੀਂ ਹੈ ਨਾ ਫਿਰ ਇੱਕ ਨਿਹੰਗ ਸਿੰਘ ਜਿਹੜੇ ਸੀਗੇ ਉਹਨਾਂ ਦੇ ਪਾਸੇ ਚਲੇ ਗਏ। ਉਹਨਾਂ ਨੇ ਫਿਰ ਨਿਹੰਗ ਸਿੰਘਾਂ ਨੇ ਆਪਣੇ ਜਿੰਨੇ ਵੀ ਸੰਗੀ ਸਾਥੀ ਸੀ ਉਹਨਾਂ ਦੇ ਨਾਲ ਸਾਡਾ ਜਿਹੜਾ ਸੀ ਮੇਲ ਮਿਲਾਪ ਕਰਾਇਆ। ਉਸ ਤੋਂ ਬਾਅਦ ਫਿਰ ਮਹਾਂਪੁਰਖਾਂ ਦੀ ਜਿਹੜੀ ਗਹਿਰਾਈ ਸੀ ਜਾਂ ਰਿੱਧੀਆਂ ਸਿੱਧੀਆਂ ਸੀਗੀਆਂ ਉਹ ਤਾਂ ਬਚਪਨ ਤੋਂ ਹੀ ਮਹਾਂਪੁਰਖਾਂ ਦੇ ਕੋਲ ਸੀਗੀਆਂ। ਇੱਥੋਂ ਤੱਕ ਮਹਾਂਪੁਰਖਾਂ ਦਾ ਹੁੰਦਾ ਸੀਗਾ ਕਿ ਕਈ ਵਾਰੀ ਬਾਬਾ ਅਜੀਤ ਸਿੰਘ ਜੀ ਜਦ ਕਿਸੇ ਹੈ ਨਾ ਰਸਤੇ ਦੇ ਉੱਤੇ ਜਾਂਦੇ ਸੀਗੇ, ਅਤੇ ਅਗਰ ਕਿਸੇ ਨੇ ਜੇ ਕੋਲੋਂ ਦੀ ਵੈਸੇ ਹੀ ਲੰਘ ਜਾਣਾ ਸਾਈਕਲ 'ਤੇ, ਗੱਡੀ 'ਤੇ ਜਾਂ ਕਿਸੇ ਹੋਰ ਚੀਜ਼ 'ਤੇ, ਅਤੇ ਜਦ ਤੱਕ ਬਾਬਾ ਜੀ ਨੂੰ ਉਹਨੇ ਉੱਥੇ ਆਪਣੇ ਵਹੀਕਲ ਦੇ ਉੱਤੇ ਬਿਠਾ ਨਹੀਂ ਲੈਣਾ ਅਤੇ ਉਹਦੀ ਗੱਡੀ ਜਿਹੜੀ ਸੀ ਖਰਾਬ ਹੋ ਜਾਂਦੀ ਸੀ। ਇਹ ਸਾਰੇ ਇਲਾਕੇ ਦੇ ਵਿੱਚ ਮਸ਼ਹੂਰ ਹੁੰਦਾ ਸੀਗਾ। ਇੱਥੋਂ ਤੱਕ ਕਿ ਇੱਕ ਵਾਰ ਜਿਹੜਾ ਸੀਗਾ ਬੱਸ ਦਾ ਡਰਾਈਵਰ ਜਾਂ ਕੰਡਕਟਰ ਹੁੰਦੇ ਸੀ, ਜਦੋਂ ਵੀ ਬਾਬਾ ਜੀ ਨੂੰ ਦੇਖਦੇ ਹੁੰਦੇ ਸੀ ਉਹ ਆਪਣੀਆਂ ਬੱਸਾਂ ਰੋਕ ਕੇ ਮਹਾਂਪੁਰਖਾਂ ਨੂੰ ਲੈ ਕੇ ਜਾਂਦੇ ਹੁੰਦੇ ਸੀ, ਅਤੇ ਇਹਨਾਂ ਦੇ ਚਰਨ ਬੱਸ 'ਚ ਪਵਾ ਦਿੰਦੇ ਹੁੰਦੇ ਸੀ, ਅਤੇ ਥੋੜ੍ਹੀ ਦੂਰ ਜਾ ਕੇ ਹੈ ਨਾ ਇਹਨਾਂ ਨੂੰ ਉਤਾਰ ਦਿੰਦੇ ਹੁੰਦੇ ਸੀ। ਕਿਉਂ? ਡਰਾਈਵਰਾਂ ਅਤੇ ਕੰਡਕਟਰਾਂ ਨੂੰ ਆਮ ਕਰਕੇ ਪਤਾ ਹੁੰਦਾ ਸੀਗਾ ਕਿ ਅਗਰ ਅਸੀਂ ਮਹਾਂਪੁਰਖਾਂ ਨੂੰ ਆਪਣੀ ਬੱਸ 'ਚ ਨਾ ਬਿਠਾ ਲਿਆ ਅਤੇ ਫਿਰ ਇਹ ਬੱਸ ਜਿਹੜੀ ਹੈ ਜ਼ਰੂਰ ਖਰਾਬ ਹੋ ਜਾਊਗੀ। ਇੱਥੋਂ ਤੱਕ ਬਾਬਾ ਜਵਾਲਾ ਸਿੰਘ ਹੋਣੀ ਵੀ ਇੱਕ ਵਾਰ ਹੈ ਨਾ ਕਾਰ ਦੇ ਵਿੱਚ ਸਵਾਰ ਹੋ ਕੇ, ਜਦੋਂ ਮਹਾਂਪੁਰਖ ਬਚਪਨ ਦੇ ਵਿੱਚ ਸੀਗੇ, ਜਦ ਕੋਲੋਂ ਦੀ ਲੰਘੇ ਆਪਣੇ ਡਰਾਈਵਰ ਦੇ ਨਾਲ, ਅਤੇ ਥੋੜ੍ਹੀ ਦੂਰ ਹੀ ਹਜੇ ਗਏ ਸੀ ਤਾਂ ਜਿਹੜੀ ਕਾਰ ਸੀ ਉਹ ਆਪਣੇ ਆਪ ਖਰਾਬ ਹੋ ਗਈ। ਜਦ ਖਰਾਬ ਹੋ ਗਈ ਤਾਂ ਫਿਰ ਡਰਾਈਵਰ ਨੇ ਬਾਬਾ ਜਵਾਲਾ ਸਿੰਘ ਨੂੰ ਕਿਹਾ, ਕਹਿੰਦੇ ਵੀ ਮੇਰੀ ਜਿਹੜੀ ਕਾਰ ਹੈਗੀ ਚੰਗੀ ਭਲੀ ਤੋਰੀ ਆ, ਲੇਕਿਨ ਹੁਣ ਸਾਰੀ ਖਰਾਬ ਹੋ ਗਈ ਆ ਅਤੇ ਇਹ ਰੁਕ ਗਈ ਆ। ਜਦ ਇੰਨੀ ਗੱਲ ਹੋਈ ਤਾਂ ਬਾਬਾ ਜਵਾਲਾ ਸਿੰਘ ਹੁਣੀ ਕਹਿਣ ਲੱਗੇ, ਕਹਿੰਦੇ ਭਾਈ ਆਲੇ ਦੁਆਲੇ ਦੇਖ ਕੇ ਵੀ ਕੋਈ ਇੱਥੇ ਹੈ ਤਾਂ ਨਹੀਂ ਗਾ। ਜਦ ਇੰਨੀ ਗੱਲ ਹੋਈ ਤਾਂ ਡਰਾਈਵਰ ਨੇ ਕਾਰ ਖੜੀ ਕਰਕੇ ਜਦ ਦੇਖਿਆ, ਅਤੇ ਸੰਤ ਬਾਬਾ ਅਜੀਤ ਸਿੰਘ ਜਿਹੜੇ ਸੀਗੇ ਉਹ ਛੋਟੇ ਹੁੰਦੇ ਹੱਥ 'ਚ ਛਿਟੀ ਫੜੀ ਸੜਕ 'ਤੇ ਖੜੇ ਜਿਹੜੇ ਸੀ ਉਹ ਕਾਰ ਵੱਲ ਦੇਖ ਰਹੇ ਸੀ। ਜਦ ਇੰਨੀ ਗੱਲ ਹੋਈ ਤਾਂ ਫਿਰ ਡਰਾਈਵਰ ਨੇ ਬਾਬਾ ਜਵਾਲਾ ਸਿੰਘ ਨੂੰ ਆਖਿਆ, ਕਹਿੰਦੇ ਵੀ ਇੱਕ ਕੋਈ ਲੜਕਾ ਹੈਗਾ, ਜਿਵੇਂ ਲੜਕਾ ਜਿਹੜਾ ਹੈਗਾ ਕੋਈ ਚਰਵਾਹਾ ਲੱਗਦਾ ਉਹ ਖੜਾ ਨਜ਼ਰ ਆਉਂਦਾ, ਬਾਕੀ ਤਾਂ ਇੱਥੇ ਆਉਂਦਾ ਨਹੀਂ। ਅਤੇ ਮਹਾਂਪੁਰਖ ਬਾਬਾ ਜਵਾਲਾ ਸਿੰਘ ਕਹਿੰਦੇ ਭਾਈ ਚਰਵਾਹਾ ਨਹੀਂ ਆ, ਇਹ ਤਾਂ ਤਿੰਨਾਂ ਲੋਕਾਂ ਦੇ ਗਿਆਤਾ ਹੈਗੇ ਆ। ਜਦ ਇੰਨੀ ਗੱਲ ਹੋਈ ਫਿਰ ਬਾਬਾ ਜਵਾਲਾ ਸਿੰਘ ਵਾਪਸ ਇਹਨਾਂ ਦੇ ਪਾਸ ਆਏ। ਜਦ ਆਏ ਤਾਂ ਦੋਨਾਂ ਨੇ ਆਪਸ ਵਿੱਚ ਫਤਿਹ ਜ਼ਾਰ ਸਾਂਝ ਕੀਤੀ, ਅਤੇ ਉਸ ਤੋਂ ਬਾਅਦ ਬਾਬਾ ਜਵਾਲਾ ਸਿੰਘ ਹੁਣਾਂ ਨੇ ਹੈ ਨਾ ਹੱਸਦਿਆਂ ਹੋਇਆਂ ਬਾਬਾ ਅਜੀਤ ਸਿੰਘ ਹੁਣਾਂ ਨੂੰ ਆਖਿਆ, ਕਹਿੰਦੇ ਭਾਈ ਤੂੰ ਤਾਂ ਹੁਣ ਤੋਂ ਹੀ ਆਪਣੀ ਜਿਹੜੀ ਬੈਟਰੀ ਹੈਗੀ ਆ ਚਾਰਜ ਕੀਤੀ ਹੋਈ ਹੈ ਮੁਕਾਉਣ ਲੱਗ ਪਿਆ ਹੈਗਾ, ਤਾਂ ਅੱਗੇ ਜਾ ਕੇ ਕੀ ਕਰੇਗਾ। ਜਦ ਇਸ ਤਰ੍ਹਾਂ ਦੇ ਵਚਨ ਕੀਤੇ ਸੀ ਫਿਰ ਦੋਨਾਂ ਮਹਾਂਪੁਰਖਾਂ ਨੇ ਬੜੀ ਪ੍ਰਸੰਨਤਾ ਹਾਸਲ ਕੀਤੀ ਸੀ। ਉਸ ਤੋਂ ਬਾਅਦ ਫਿਰ ਮਹਾਂਪੁਰਖਾਂ ਨੂੰ ਪਤਾ ਹੁੰਦਾ ਸੀਗਾ ਕਿ ਇਹ ਦਰਗਾਹੀ ਸੰਤ ਹੈਗੇ ਆ, ਅਤੇ ਇਹਨਾਂ ਨੇ ਆਪਣੇ ਜਿਹੜੇ ਜੀਵਨ ਦੇ ਜੋ ਪਿਛਲੇ ਜਨਮਾਂ ਦੀਆਂ ਬਹੁਤ ਪੁਰਾਣੀਆਂ ਕਥਾਵਾਂ ਹੈਗੀਆਂ ਉਹ ਵੀ ਆਪਣੇ ਸੱਜਣਾ ਮਿੱਤਰਾਂ ਨਾਲ ਸਾਥੀਆਂ ਨੇ ਸਾਂਝਾ ਕੀਤੀਆਂ ਸੀ। ਮਹਾਂਪੁਰਖਾਂ ਨੇ ਆਖਿਆ ਸੀਗਾ ਕਿ ਇਹ ਜਿਹੜਾ ਪਿੰਡ ਹੰਸਾਲੀ ਹੈਗਾ ਇਹ ਇੱਕ ਰਾਜਾ ਹੋਇਆ ਜਿਹਦਾ ਨਾਂ ਸੀਗਾ ਹੰਸਾ ਬਲੀ।
ਇਹ ਹੰਸਾਵਲੀ ਰਾਜੇ ਦਾ ਨਾਂ ਦੇ ਉੱਤੇ ਇਹ ਜਿਹੜਾ ਪਿੰਡ ਵਸਿਆ ਹੋਇਆ ਹੈ। ਸੋ ਬਾਬਾ ਜੀ ਦੱਸਦੇ ਹੁੰਦੇ ਸੀਗੇ ਕਿ ਇੱਥੇ ਜਿਹੜਾ ਸਤਲੁਜ ਦਰਿਆ ਹੈ ਨਾ, ਇਹ ਕਿਸੇ ਟਾਈਮ ਜਿਹੜਾ ਸੀਗਾ ਇੱਥੇ ਵਗਦਾ ਹੁੰਦਾ ਸੀਗਾ, ਅਤੇ ਮਹਾਂਪੁਰਖਾਂ ਨੇ ਉਸ ਇਲਾਕੇ ਦਾ ਨਾਂ ਨਾ ਰਮਾਣਾ ਰੱਖਿਆ ਸੀਗਾ। ਜਦ ਰਮਾਣਾ ਰੱਖਿਆ ਸੀ ਤਾਂ ਕਈਆਂ ਦੇ ਸੰਗਤ ਦੇ ਮਨ 'ਚ ਪ੍ਰਸ਼ਨ ਸੀਗਾ ਕਿ ਬਾਬਾ ਜੀ ਨੇ ਇਸ ਇਲਾਕੇ ਦਾ ਨਾਂ ਰਮਾਣਾ ਕਿਉਂ ਰੱਖਿਆ ਹੈਗਾ। ਅਤੇ ਫਿਰ ਬਾਬਾ ਅਜੀਤ ਸਿੰਘ ਦੱਸਦੇ ਹੁੰਦੇ ਸੀਗੇ, ਕਹਿੰਦੇ ਭਾਈ ਕ੍ਰਿਸ਼ਨ ਭਗਵਾਨ ਦਾ ਜਿਹੜਾ ਹੈ ਨਾ ਕਾਲੀ ਨਾਗ ਦੇ ਨਾਲ ਕੌਤਕ ਹੋਇਆ ਸੀਗਾ, ਇਹ ਇਸੇ ਸਥਾਨ 'ਤੇ ਹੋਇਆ ਸੀਗਾ। ਅਤੇ ਉਸ ਤੋਂ ਬਾਅਦ ਜਿਹੜਾ ਦਰਿਆ ਹਟਦਾ ਨਾ ਕਾਫੀ ਦੂਰ ਜਿਹੜਾ ਸੀ ਇੱਥੋਂ ਹੁਣ ਚਲੇ ਗਿਆ ਹੈਗਾ। ਸੋ ਇਹ ਪੁਰਾਤਨ ਜਿੰਨੀਆਂ ਵੀ ਕਥਾਵਾਂ ਸੀਗੀਆਂ ਨਾ, ਅਤੇ ਮਹਾਂਪੁਰਖ ਇਸ ਤਰ੍ਹਾਂ ਦੱਸਦੇ ਹੁੰਦੇ ਸੀ ਜਿਵੇਂ ਉਹਨਾਂ ਯੁੱਗਾਂ ਦੇ ਵਿੱਚ ਜਿਹੜੇ ਮਹਾਂਪੁਰਖ ਸੀਗੇ ਉਸ ਟਾਈਮ ਬੜੇ ਭਜਨੀਕ ਮਹਾਂਪੁਰਖ ਹੁੰਦੇ ਸੀ, ਤਾਂ ਉਹ ਸਾਰੀਆਂ ਗੱਲਾਂ ਜਿਹੜੀਆਂ ਸੀਗੀਆਂ ਆਪਣੇ ਪ੍ਰੇਮੀਆਂ ਨਾਲ ਸਾਂਝਾ ਕਰਦੇ ਹੁੰਦੇ ਸੀ। ਸੋ ਮਹਾਂਪੁਰਖ ਜਿਹੜੇ ਦੱਸਦੇ ਹੁੰਦੇ ਸੀਗੇ ਕਿ ਆਹ ਜਿਹੜਾ ਇੱਥੇ ਲਾਗੇ ਜੋ ਰਸਤਾ ਜਾਂਦਾ ਹੈਗਾ, ਸ਼ੇਰ ਸ਼ਾਹ ਸੂਰੀ ਦੇ ਸਮੇਂ ਦਾ ਜਿਹੜਾ ਮਾਰਗ ਰਸਤਾ ਬਣਿਆ ਹੋਇਆ ਹੈ, ਅਤੇ ਇਸੇ ਹੀ ਅਸਥਾਨ ਦੇ ਉੱਤੇ ਹੰਸਾਲੀ ਅਤੇ ਧੰਨ ਗੁਰੂ ਅਮਰਦਾਸ ਮਹਾਰਾਜ ਜਾਂ ਧੰਨ ਗੁਰੂ ਅੰਗਦ ਦੇਵ ਜੀ ਅਤੇ ਬਾਬੇ ਨਾਨਕ ਜੀ ਵੀ ਜਿਹੜੇ ਸੀ ਇਸ ਅਸਥਾਨ 'ਤੇ ਆਏ ਆ। ਅਤੇ ਖਾਸ ਕਰਕੇ 6ਵੀਂ ਪਾਤਸ਼ਾਹ ਜਿਹੜੇ ਸੀਗੇ ਉਹ ਕਾਫੀ ਡੇਰ ਜਿਹੜੇ ਸੀਗੇ ਇਸ ਅਸਥਾਨ 'ਤੇ ਰੁਕੇ ਆ। ਇਸ ਕਰਕੇ ਇਹ ਜਿਹੜਾ ਗੁਪਤ ਅਸਥਾਨ ਸੀਗਾ ਨਾ, ਇਹ ਬਾਬਾ ਅਜੀਤ ਸਿੰਘ ਹੋਣਾ ਨੇ ਹੀ ਫਿਰ ਇਹ ਅਸਥਾਨ ਜਿਹੜਾ ਸੀ ਪ੍ਰਗਟ ਕੀਤਾ। ਉਸ ਤੋਂ ਬਾਅਦ ਅਨੇਕਾਂ ਹੋਰ ਵੀ ਜਿਹੜੇ ਅਸਥਾਨ ਸੀ ਬਾਬਾ ਅਜੀਤ ਸਿੰਘ ਹੋਣਾ ਨੇ ਪ੍ਰਗਟ ਕੀਤੇ, ਅਤੇ ਉੱਥੇ ਫਿਰ ਸੰਸਾਰ ਦੇ ਭਲੇ ਦੇ ਵਾਸਤੇ ਧੰਨ ਸ਼੍ਰੀ ਅਖੰਡ ਪਾਠ ਸਾਹਿਬ ਦੀਆਂ ਜਿਹੜੀਆਂ ਲੜੀਆਂ ਹੈਗੀਆਂ ਉਹ ਵੀ ਚਲਾਈਆਂ ਹੈ, ਅਤੇ ਅਨੇਕਾਂ ਵਿਆਹ ਵੀ ਕੀਤੇ ਆ। ਮਹਾਂਪੁਰਖਾਂ ਨੇ ਬਹੁਤ ਆਪਣੀ ਜ਼ਿੰਦਗੀ ਦੇ ਵਿੱਚ ਪਰਉਪਕਾਰ ਕੀਤੇ ਆ, ਔਰ ਖ਼ਾਸ ਕਰਕੇ ਜਿਹੜੇ ਪ੍ਰੇਮੀ ਮਹਾਂਪੁਰਖਾਂ ਦੀ ਨਜ਼ਰ ਦੇ ਵਿੱਚ ਆ ਜਾਂਦੇ ਸੀ, ਔਰ ਖ਼ਾਸ ਕਰਕੇ ਉਹਨਾਂ ਦਾ ਜਿਹੜੇ ਭਵਿੱਖ ਦੇ ਖਤਰੇ ਸੀ ਹੈ ਨਾ, ਉਹਨਾਂ ਨੂੰ ਸਹਿਜ ਤੋਂ ਹੀ ਜਾਣੂ ਕਰਾ ਦਿੰਦੇ ਸੀ ਮਹਾਂਪੁਰਖ। ਸੋ ਜਿਵੇਂ ਬਾਬਾ ਠਾਕਰ ਸਿੰਘ ਹੁਣਾਂ ਨੇ ਬਾਬਾ ਅਜੀਤ ਸਿੰਘ ਹੰਸਾਲੀ ਵਾਲਿਆਂ ਦੇ ਜੀਵਨ ਦੇ ਸੰਬੰਧ ਦੇ ਵਿੱਚ ਬੜਾ ਕੁਛ ਸੰਗਤਾਂ ਨੂੰ ਦੱਸਿਆ ਹੈਗਾ। ਉਹਦੇ ਵਿੱਚ ਉਹਨਾਂ ਨੇ ਇਹ ਵੀ ਦੱਸਿਆ ਸੀਗਾ ਕਿ ਮੈਂ ਉਹਨਾਂ ਟਾਈਮਾਂ ਦੇ ਵਿੱਚ ਬੜੀ ਪੁਰਾਣੀ ਗੱਲ ਆ ਕਿ ਗੁਰਦੁਆਰਾ ਦੂਖ ਨਿਵਾਰਨ ਸਾਹਿਬ ਪਟਿਆਲਾ ਵਿਖੇ ਜਿਹੜੇ ਸੀ ਉਹ ਸੇਵਾ ਕਰਦਾ ਹੁੰਦਾ ਸੀ, ਅਤੇ ਕਹਿੰਦੇ ਮੇਰੇ ਇੱਕ ਮਿੱਤਰ ਗੁਰਸਿੱਖ ਸੀਗੇ। ਕਹਿੰਦੇ ਉਹ ਇੱਕ ਦਿਨ ਮੈਨੂੰ ਕਹਿਣ ਲੱਗੇ ਵੀ ਠਾਕਰ ਸਿੰਘ ਅੱਜ ਹੈ ਨਾ ਤੈਨੂੰ ਇੱਕ ਮਹਾਂਪੁਰਖਾਂ ਦੇ ਦਰਸ਼ਨ ਕਰਾਉਂਦੇ ਆ। ਜਦ ਕਹਿੰਦੇ ਇੰਨੀ ਗੱਲ ਹੋਈ ਸੀ ਅਤੇ ਬਾਬਾ ਠਾਕਰ ਸਿੰਘ ਕਹਿਣ ਲੱਗੇ, ਕਹਿੰਦੇ ਮੈਂ ਆਪਣੇ ਮਿੱਤਰ ਨੂੰ ਆਖਿਆ ਵੀ ਕੀ ਜਿਹਨਾਂ ਦੇ ਤੂੰ ਦਰਸ਼ਨ ਕਰਾਉਣੇ ਪੂਰੇ ਆ? ਅਤੇ ਕਹਿੰਦੇ ਮੇਰੇ ਮਿੱਤਰ ਕਹਿਣ ਲੱਗੇ ਵੀ ਹੈ ਤਾਂ ਪੂਰੇ ਆ, ਬਾਕੀ ਜਦੋਂ ਤੂੰ ਦਰਸ਼ਨ ਕਰੂੰਗਾ ਤੈਨੂੰ ਆਪੇ ਪਤਾ ਲੱਗ ਜਾਊ। ਪਰ ਕਹਿੰਦੇ ਜਦੋਂ ਅਸੀਂ ਹੈ ਨਾ ਦਰਸ਼ਨ ਵਾਸਤੇ ਤੁਰਨ ਲੱਗੇ, ਅਤੇ ਮੇਰੇ ਮਿੱਤਰ ਮੈਨੂੰ ਕਹਿਣ ਲੱਗੇ ਵੀ ਦੇਖੋ ਆਪਾਂ ਦਰਸ਼ਨ ਤਾਂ ਕਰਨ ਜਾਣਾ ਹੈਗਾ, ਪਰ ਆਪਾਂ ਪੈਦਲ ਜਾਣਾ ਹੈਗਾ, ਕਿਉਂਕਿ ਪੈਦਲ ਦਰਸ਼ਨ ਕੀਤਿਆਂ ਦਾ ਫਲ ਬਹੁਤ ਜ਼ਿਆਦਾ ਹੈ। ਅਤੇ ਬਾਬਾ ਠਾਕਰ ਸਿੰਘ ਕਹਿਣ ਲੱਗੇ, ਕਹਿੰਦੇ ਵੀ ਮੈਨੂੰ ਪਤਾ ਸੀਗਾ ਕਿ ਜਿੰਨੇ ਵੀ ਜਿਹੜੇ ਪੈਦਲ ਮਹਾਂਪੁਰਖਾਂ ਦੇ ਦਰਸ਼ਨ ਕਰਨ ਚੱਲਦੇ ਆ, ਇੱਕ ਇੱਕ ਕਦਮ ਚੱਲਣ ਦਾ ਇੱਕ ਅਸਮੇਧ ਜਗ ਦਾ ਫਲ ਹੈ। ਸੋ ਬਾਬਾ ਠਾਕਰ ਸਿੰਘ ਜੀ ਕਹਿਣ ਲੱਗੇ ਕਿ ਮੈਂ ਹੈ ਨਾ ਮਹਾਂਪੁਰਖਾਂ ਦੇ ਪਹਿਲੀ ਵਾਰ ਦਰਸ਼ਨ ਕਰਨੇ ਸੀਗੇ, ਇਸ ਕਰਕੇ ਇੱਕ ਦਸਤਾਰ ਮਹਾਂਪੁਰਖਾਂ ਵਾਸਤੇ ਮੈਂ ਜਿਹੜੀ ਸੀ ਉਹ ਹੱਥ ਦੇ ਵਿੱਚ ਲੈ ਲਈ, ਅਤੇ ਕਹਿੰਦੇ ਦਸਤਾਰ ਲੈ ਕੇ ਅਸੀਂ 5 ਕਿਲੋਮੀਟਰ ਪਟਿਆਲੇ ਤੋਂ ਤੁਰ ਕੇ ਗਏ। ਉਸ ਤੋਂ ਬਾਅਦ ਕਹਿੰਦੇ ਜਦੋਂ ਅਸੀਂ ਜਾ ਰਹੇ ਸੀ, ਪਿੱਛੋਂ ਇੱਕ ਕਾਰ ਦਾ ਕੋਈ ਸੇਵਾਦਾਰ ਆਇਆ, ਕਹਿੰਦੇ ਸਾਨੂੰ ਮੁੱਲੇ ਆਪਣੀ ਕਾਰ 'ਚ ਬਿਠਾ ਕੇ ਹੰਸਾਲੀ ਦੇ ਲਾਗੇ ਕਹਿੰਦੇ ਉਹ ਸਾਨੂੰ ਲੈ ਗਿਆ, ਅਤੇ ਅਸੀਂ ਉਹਨੂੰ ਕਹਿ ਦਿੱਤਾ ਕਿ ਤੂੰ ਹੁਣ ਆਪਣੀ ਕਾਰ ਇੱਥੇ ਰੋਕ ਦੇ, ਕਿਉਂਕਿ ਅੱਗੇ ਅਸੀਂ ਹੈ ਨਾ ਮਹਾਂਪੁਰਖਾਂ ਦੇ ਪਾਸ ਪੈਦਲ ਜਾਣਾ ਹੈਗਾ। ਸੋ ਬਾਬਾ ਠਾਕਰ ਸਿੰਘ ਕਹਿੰਦੇ ਜਦੋਂ ਅਸੀਂ ਉੱਥੇ ਪੈਦਲ ਗਏ ਆ, ਅਤੇ ਅਸੀਂ ਦੇਖ ਕੇ ਹੈਰਾਨ ਹੋਏ, ਅਤੇ ਸੰਗਤ ਨੇ ਵੀ ਦੱਸਿਆ ਕਿ ਬਾਬਾ ਜੀ ਕਾਫੀ ਢੇਰ ਤੋਂ ਤਿਆਰ ਬੈਠੇ ਆ, ਹੱਥ ਦੇ ਵਿੱਚ ਉਹਨਾਂ ਨੇ ਖੁੰਡਾ ਵੀ ਫੜਿਆ ਹੋਇਆ ਹੈ, ਅਤੇ ਗੱਡੀਆਂ ਦੇ ਡਰਾਈਵਰ ਵੀ ਤਿਆਰ ਹੈ, ਪਰ ਮਹਾਂਪੁਰਖ ਜਿਹੜੇ ਆ ਇਸ ਤਰ੍ਹਾਂ ਲੱਗਦਾ ਜਿਵੇਂ ਕਿਸੇ ਦਾ ਇੰਤਜ਼ਾਰ ਕਰ ਰਹੇ ਹੋਣ। ਜਦੋਂ ਕਹਿੰਦੇ ਸੰਗਤ ਨੇ ਸਾਨੂੰ ਇਹ ਦੱਸਿਆ ਸੀ, ਅਤੇ ਬਾਬਾ ਠਾਕੁਰ ਨੇ ਕਹਿੰਦੇ ਫਿਰ ਮੈਨੂੰ ਪਤਾ ਲੱਗਿਆ ਵੀ ਇਹ ਤਾਂ ਸਾਡਾ ਹੀ ਇੰਤਜ਼ਾਰ ਕਰ ਰਿਹਾ ਸੀ, ਕਿਉਂ ਅਸੀਂ ਪੈਦਲ ਹੀ ਜਾ ਰਹੇ ਸੀ, ਸਾਡੀ ਖਿੱਚ ਸੀਗੀ। ਫਿਰ ਕਹਿੰਦੇ ਜਦੋਂ ਅਸੀਂ ਮਹਾਂਪੁਰਖਾਂ ਦੇ ਪਾਸ ਗਏ ਹਾਂ, ਜਾ ਕੇ ਉਹਨੂੰ ਨਮਸਕਾਰ ਕੀਤੀ ਹੈ, ਚਰਨਾਂ 'ਚ ਮੱਥਾ ਟੇਕਿਆ, ਅਤੇ ਬਾਬਾ ਅਜੀਤ ਸਿੰਘ ਜੀ ਕਹਿਣ ਲੱਗੇ, ਕਹਿੰਦੇ ਕਿਉਂ ਭਾਈ ਆ ਗਏ ਆ? ਅਤੇ ਕਹਿੰਦੇ ਅਸੀਂ ਕਿ ਹਾਂ ਮਹਾਂਪੁਰਖੋ ਆਪ ਦੀ ਸੇਵਾ ਦੇ ਵਿੱਚ ਅਸੀਂ ਹਾਜ਼ਰ ਹੋ ਗਏ ਹਾਂ। ਅਤੇ ਫਿਰ ਕਹਿੰਦੇ ਬਾਬਾ ਅਜੀਤ ਸਿੰਘ ਹੁਣਾਂ ਨੇ ਬਿਨਾਂ ਕਿਸੇ ਗੱਲ ਤੋਂ ਸਾਨੂੰ ਸਿੱਧਾ ਪਹਿਲਾਂ ਇਹ ਆਖਿਆ, ਕਹਿੰਦੇ ਵੀ ਭਾਈ ਠੀਕ ਹੈ, ਪਹਿਲਾਂ ਇਸ ਤਰ੍ਹਾਂ ਕਰ। ਕਹਿਣ ਲੱਗੇ ਵੀ ਇਹ ਜਿਹੜੀ ਦਸਤਾਰ ਤੂੰ ਮੈਨੂੰ ਲੈ ਕੇ ਆਇਆ ਹੈ ਸਾਡੇ ਵਾਸਤੇ, ਇਹ ਦਸਤਾਰ ਤੂੰ ਸਾਨੂੰ ਦੇ ਦੇ, ਅਤੇ ਉਸ ਤੋਂ ਬਾਅਦ ਤੂੰ ਹੁਣ ਲੰਗਰ ਪਾਣੀ ਛਕ ਲੈ। ਜਦ ਕਹਿੰਦੇ ਇੰਨੀ ਗੱਲ ਹੋਈ ਸੀ, ਤਾਂ ਫਿਰ ਕਹਿੰਦੇ ਵੀ ਅਸੀਂ ਜਿਹੜੀ ਸੀ ਦਸਤਾਰ ਬਾਬਾ ਅਜੀਤ ਸਿੰਘ ਹੁਣਾਂ ਨੂੰ ਫੜਾਤੀ। ਉਸੇ ਟਾਈਮ ਕਹਿੰਦੇ ਬਾਬਾ ਅਜੀਤ ਸਿੰਘ ਜਿਹੜੀ ਪੁਰਾਣੀ ਦਸਤਾਰ ਸੀ ਉਤਾਰ ਕੇ ਅਤੇ ਮੇਰੇ ਵਾਲੀ ਬੰਨ੍ਹ ਲਈ, ਅਤੇ ਬੰਨ੍ਹ ਕੇ ਮੈਨੂੰ ਕਹਿਣ ਲੱਗੇ, ਕਹਿੰਦੇ ਭਾਈ ਸਾਨੂੰ ਜਿਹੜਾ ਹੈ ਨਾ ਕੁਛ ਕਾਰਜ ਹੈਗਾ, ਅਸੀਂ ਕਾਰਜ ਵਾਸਤੇ ਕੁਛ ਟਾਈਮ ਬਾਹਰ ਜਾ ਰਹੇ ਹਾਂ, ਤਦ ਤੱਕ ਤੂੰ ਨਾ ਲੰਗਰ ਪਾਣੀ ਛਕ ਕੇ ਇੱਥੇ ਆਰਾਮ ਕਰ ਲੈ। ਸੋ ਕਹਿੰਦੇ ਇਹ ਜਿਹੜੇ ਸੀ ਪਹਿਲੇ ਦਰਸ਼ਨ ਬਾਬਾ ਅਜੀਤ ਸਿੰਘ ਹੰਸਾਲੀ ਵਾਲੇ ਦੇ ਸਾਨੂੰ ਜਿਹੜੇ ਸੀ ਇਸ ਤਰ੍ਹਾਂ ਹੋਏ ਸੀ ਕਿ ਕਿਵੇਂ ਉਹਨਾਂ ਨੇ ਅੰਤਰਾਤਮਾ ਤੋਂ ਜਾਣ ਲਿਆ ਸੀਗਾ ਕਿ ਅਸੀਂ ਪੈਦਲ ਆ ਰਹੇ ਹਾਂ, ਪਰ ਕਾਫੀ ਦੇਰ ਤੋਂ ਜਿਹੜੇ ਸੀ ਕਹਿੰਦੇ ਵੀ ਉਹ ਸਾਡਾ ਇੰਤਜ਼ਾਰ ਕਰ ਰਹੇ ਸੀ। ਉਸ ਤੋਂ ਬਾਅਦ ਕਹਿੰਦੇ ਫਿਰ ਜਦੋਂ ਅਸੀਂ ਦੂਸਰੀ ਵਾਰੀ ਮਹਾਂਪੁਰਖਾਂ ਦੇ ਪਾਸ ਗਏ ਹਾਂ, ਉਸ ਤੋਂ ਬਾਅਦ ਮੇਰੇ ਮਨ ਦੇ ਵਿੱਚ ਇੱਕ ਪ੍ਰਸ਼ਨ ਸੀਗਾ, ਅਤੇ ਮੇਰੇ ਮਨ ਦੇ ਵਿੱਚ ਇਹ ਆਇਆ ਕਿ ਅਗਰ ਬਾਬਾ ਜੀ ਜਿਹੜੇ ਮੇਰੇ ਮਨ ਦੇ ਪ੍ਰਸ਼ਨ ਦਾ ਜਵਾਬ ਦੇ ਦੇਣ, ਅਤੇ ਕਹਿੰਦੇ ਫਿਰ ਮੈਂ ਮਹਾਂਪੁਰਖਾਂ ਦੀ ਜਿਹੜੀ ਆ
ਉਹ ਪ੍ਰਸੰਨਤਾ ਜਾਂ ਇਉਂ ਕਹਿ ਲਓ ਕਿ ਜਿਹੜੇ ਮੇਰੇ ਮਨ ਦਾ ਸ਼ੰਕਾ ਨਿਵਰਤ ਹੋ ਜਾਊਗਾ, ਅਤੇ ਫਿਰ ਮੈਂ ਇਹਨਾਂ ਨੂੰ ਹੁਣ ਪੂਰਨ ਬ੍ਰਹਮ ਗਿਆਨੀ ਮਹਾਂਪੁਰਖਾਂ ਦੀ ਦ੍ਰਿਸ਼ਟੀ ਦੇ ਨਾਲ ਤੱਕਾਂਗਾ। ਸੋ ਉਸ ਟਾਈਮ ਫਿਰ ਬਾਬਾ ਠਾਕੁਰ ਸੋਹਣੀ ਕਹਿੰਦੇ ਜਦੋਂ ਅਸੀਂ ਗਏ ਹਾਂ ਅਤੇ ਉਸ ਟਾਈਮ ਬਾਬਾ ਅਜੀਤ ਸਿੰਘ ਜੀ ਇਸ਼ਨਾਨ ਕਰਕੇ ਕੇਸੀ ਕਹਿੰਦੇ ਉਹ ਕੁਰਸੀ 'ਤੇ ਬੈਠੇ ਹੋਏ ਸੀ। ਜਦੋਂ ਕਹਿੰਦੇ ਅਸੀਂ ਜਾ ਕੇ ਨਮਸਕਾਰ ਕੀਤੀ ਅਤੇ ਕਹਿੰਦੇ ਉਹਨਾਂ ਨੇ ਆਪਣੇ ਕੇਸਾਂ 'ਚ ਕੰਘਾ ਕਰਦੇ ਹੋਏ ਕਹਿੰਦੇ ਆਪਣਾ ਜਿਹੜਾ ਮੂੰਹ ਸੀਗਾ ਉਹ ਪਿੱਛੇ ਨੂੰ ਕਰਦੇ ਹੋਏ ਅਤੇ ਸਾਨੂੰ ਕਹਿੰਦੇ ਕਹਿਣ ਲੱਗੇ ਵੀ ਤੁਸੀਂ ਜਿੰਨੇ ਸਿੰਘ ਸਾਡੇ ਕੋਲ ਆਏ ਆ, ਸਾਨੂੰ ਇਹ ਦੱਸੋ ਕਿ ਤੁਸੀਂ ਸੰਤ ਬਾਬਾ ਜਰਨੈਲ ਸਿੰਘ ਹੁਣਾਂ ਦੇ ਨਾਲ ਬਲੂ ਸਟਾਰ ਪ੍ਰਸ਼ਨ ਦੇ ਵਿੱਚ ਕੌਣ ਰਹੇ ਆ। ਜਦੋਂ ਕਹਿੰਦੇ ਇੰਨੀ ਗੱਲ ਹੋਈ ਹੈ ਅਤੇ ਕਹਿੰਦੇ ਬਾਕੀ ਤਾਂ ਚੁੱਪ ਕਰਕੇ, ਪਰ ਬਾਬਾ ਠਾਕੁਰ ਸੋਹਣੀ ਕਹਿੰਦੇ ਵੀ ਮੈਂ ਉਹਨਾਂ ਨੇ ਕਹਿਤਾ ਜੀ ਮੈਂ ਬਾਬਾ ਜਰਨੈਲ ਸਿੰਘ ਹੁਣਾਂ ਨਾਲ ਬਲੂ ਸਟਾਰ ਪ੍ਰਸ਼ਨ ਦੇ ਵਿੱਚ ਰਿਹਾ ਹੈਗਾ। ਜਦ ਇੰਨੀ ਗੱਲ ਹੋਈ ਫਿਰ ਕਹਿੰਦੇ ਮੈਨੂੰ ਕਹਿਣ ਲੱਗੇ ਵੀ ਤੂੰ ਇਹ ਦੱਸ ਬਾਬਾ ਜਰਨੈਲ ਸਿੰਘ ਹੁਣਾਂ ਦੀ ਜਿਹੜੀ ਹੈ ਨਾ ਉਹ ਭੂਮਿਕਾ ਹੈਗੀ ਆ ਉਹ ਕਿਹੋ ਜਿਹੀ ਹੈ, ਕਿਸ ਭੂਮਿਕਾ ਦੇ ਬਾਬਾ ਜਰਨੈਲ ਸਿੰਘ ਮਾਲਕ ਸੀਗੇ। ਫਿਰ ਬਾਬਾ ਠਾਕੁਰ ਸੋਹਣੀ ਕਹਿਣ ਲੱਗੇ ਕਹਿੰਦੇ ਵੀ ਮੈਂ ਜਾਣਦਾ ਨਾ ਜਾਣਦਾ ਇਹ ਗੱਲ ਕਹਿਤੀ ਕਿ ਮਹਾਂਪੁਰਖੋ ਮੈਂ ਕੀ ਜਾਣਦਾ ਹੈ, ਤੁਸੀਂ ਆਪ ਹੀ ਦੱਸਣ ਦਾ ਯਤਨ ਕਰੋ ਕਿ ਬਾਬਾ ਜਰਨੈਲ ਸਿੰਘ ਕਿਹੜੀ ਭੂਮਿਕਾ ਦੇ ਮਾਲਕ ਸੀ। ਫਿਰ ਕਹਿੰਦੇ ਬਾਬਾ ਜੀ ਸਿੰਘ ਨੇ ਕਿਹਾ ਹੈ ਕਿ ਸੰਤ ਜਰਨੈਲ ਸਿੰਘ ਹੋਣੀ ਉਹ 7ਵੀਂ ਭੂਮਿਕਾ ਦੇ ਮਾਲਕ ਹੋਏ ਆ, ਪਰ ਕਹਿੰਦੇ ਵੀ ਇਹ ਗੱਲ ਜਿਹੜੀ ਹੈ ਉਹ ਬੜੇ ਦੁੱਖ ਨਾਲ ਕਹਿਣੀ ਪੈ ਰਹੀ ਆ ਕਿ ਦੁਨੀਆ ਨੇ ਉਹਨਾਂ ਨੂੰ ਸਮਝਿਆ ਨਹੀਂ। ਅਗਰ ਲੋਕ ਉਹਨਾਂ ਨੂੰ ਸਮਝ ਜਾਂਦੇ ਤਾਂ ਉਹਨਾਂ ਤੋਂ ਬਹੁਤ ਵੱਡਾ ਲਾਹਾ ਲੈ ਸਕਦੇ ਸੀ। ਉਸ ਤੋਂ ਬਾਅਦ ਕਹਿੰਦੇ ਫਿਰ ਅਸੀਂ ਮਹਾਂਪੁਰਖਾਂ ਨੂੰ ਪੁੱਛਿਆ ਸੀਗਾ ਵੀ ਤੁਸੀਂ ਬਾਬਾ ਜਰਨੈਲ ਸਿੰਘ ਨੂੰ ਮਿਲੇ ਆ, ਅਤੇ ਫਿਰ ਕਹਿੰਦੇ ਸੰਤ ਜੀ ਸਿੰਘ ਨੇ ਕਿਹਾ ਸੀ ਕਹਿੰਦੇ ਵੀ ਮੈਂ ਜ਼ਿੰਦਗੀ 'ਚ ਇੱਕ ਵਾਰੀ ਮਿਲਿਆ, ਉਹ ਵੀ ਉੱਥੇ ਮਿਲਿਆ ਜਿੱਥੇ ਗੁਰਦੁਆਰਾ ਭੱਠਾ ਸਾਹਿਬ ਆ। ਜਦੋਂ ਕਹਿੰਦੇ ਅਸੀਂ ਭੱਠਾ ਸਾਹਿਬ ਇਕੱਠੇ ਹੋਏ ਸੀ ਤਾਂ ਫਿਰ ਕਹਿੰਦੇ ਮੈਂ ਬਾਬਾ ਜਰਨੈਲ ਸਿੰਘ ਨੂੰ ਇਹ ਆਖਿਆ ਸੀਗਾ ਵੀ ਤੁਸੀਂ ਆਹ ਜਿਹੜਾ ਸੰਘਰਸ਼ ਚਲਾ ਰਹੇ ਆ ਇਸ ਨੂੰ ਹੈ ਨਾ ਕੁਛ ਟਾਈਮ ਵਾਸਤੇ ਰੋਕ ਲਓ। ਜਦ ਇੰਨੀ ਗੱਲ ਹੋਈ ਸੀ ਤਾਂ ਕਹਿੰਦੇ ਫਿਰ ਬਾਬਾ ਜਰਨੈਲ ਸਿੰਘ ਨੇ ਸਾਨੂੰ ਆਖਿਆ ਸੀਗਾ ਕਿ ਮੈਂ ਹੁਣ ਅਰਦਾਸ ਕਰ ਚੁੱਕਾ ਹੈਗਾ, ਇਸ ਕਰਕੇ ਮੈਂ ਰੋਕ ਨਹੀਂ ਸਕਦਾ। ਪਰ ਇਹ ਗੱਲ ਕਹਿੰਦੇ ਫਿਰ ਬਾਬਾ ਜਰਨੈਲ ਸਿੰਘ ਨੇ ਸਾਂਝੀ ਕੀਤੀ ਸੀ ਵੀ ਬਾਬਾ ਜੀ ਸਿੰਘ ਨੇ ਸਾਨੂੰ ਜਿਹੜਾ ਸੀਗਾ ਇਹ ਗੱਲ ਕਹੀ ਸੀ ਉਹ ਆਪਣੀ ਜਗ੍ਹਾ ਸਹੀ ਆ, ਅਤੇ ਅਸੀਂ ਕਹਿੰਦੇ ਫਿਰ ਕਿਉਂਕਿ ਅਸੀਂ ਅਰਦਾਸ ਕਰ ਚੁੱਕੇ ਸੀ ਇਸ ਕਰਕੇ ਅਸੀਂ ਇਹ ਸੰਘਰਸ਼ ਜਿਹੜਾ ਸੀਗਾ ਇਹ ਰੋਕ ਨਹੀਂ ਸੀ ਸਕਦੇ। ਸੋ ਬਾਬਾ ਅਜੀਤ ਸਿੰਘ ਜੀ ਹੰਸਾਲੀ ਵਾਲੇ ਮਹਾਂਪੁਰਖਾਂ ਦੀਆਂ ਵੀ ਹੋਰ ਬਹੁਤ ਸਾਰੀਆਂ ਘਟਨਾਵਾਂ ਬਾਬਾ ਠਾਕੁਰ ਸਿੰਘ ਹੁਣਾਂ ਨੇ ਜਿਹੜੀਆਂ ਸੰਗਤ ਦੇ ਨਾਲ ਸਾਂਝੀਆਂ ਵੀ ਕੀਤੀਆਂ ਆਪਣੇ ਜੀਵਨ ਦੇ ਵਿੱਚ, ਜੋ ਆਪਣੀਆਂ ਹੱਡ ਬੀਤੀਆਂ ਹੈਗੀਆਂ ਉਹਨਾਂ ਨੂੰ ਦੇਖ ਕੇ ਜਿਹੜੀ ਇਹ ਆਮ ਗੁਰਮੁਖ ਪਿਆਰੇ ਆ ਉਹ ਵੀ ਬੜੇ ਦੰਗ ਰਹਿ ਜਾਂਦੇ। ਇੱਕ ਵਾਰੀ ਬਾਬਾ ਠਾਕੁਰ ਸਿੰਘ ਕਹਿਣ ਲੱਗੇ ਕਹਿੰਦੇ ਵੀ ਮੈਂ ਇੱਕ ਵਾਰ ਇੱਥੇ ਮਹਾਂਪੁਰਖਾਂ ਦੇ ਪਾਸ ਆਇਆ, ਆ ਕੇ ਕਹਿੰਦੇ ਵੀ ਠੰਡ ਸੀਗੀ ਤਾਂ ਮੈਂ ਨਾ ਦਿਲ ਕੀਤਾ ਵੀ ਮੈਂ ਸਭ ਤੋਂ ਪਹਿਲਾਂ ਲੰਗਰ ਦੇ ਵਿੱਚ ਚਾਹ ਛਕ ਲਵਾਂ। ਕਹਿੰਦੇ ਮੈਂ ਚਾਹ ਦਾ ਜਿਹੜਾ ਸੀਗਾ ਉਹ ਬਾਟਾ ਇੱਕ ਛਕ ਲਿਆ ਅਤੇ ਬਾਬਾ ਜੀ ਦੇ ਪਾਸ ਆ ਕੇ ਮੱਥਾ ਟੇਕਾ ਕੋਲ ਬੈਠ ਗਿਆ। ਜਦੋਂ ਕਹਿੰਦੇ ਬਾਬਾ ਜੀ ਦੇ ਪਾਸ ਬੈਠਾ ਤਾਂ ਬਾਬਾ ਜੀ ਸਿੰਘ ਨੂੰ ਕਹਿਣ ਲੱਗੇ ਕਹਿੰਦੇ ਭਾਈ ਚੱਲ ਇਸ ਤਰ੍ਹਾਂ ਕਰ ਤੂੰ ਜਾ ਕੇ ਨਾ ਚਾਹ ਛਕਿਆ। ਕਹਿੰਦੇ ਜਦੋਂ ਦੁਬਾਰਾ ਉਹਨੇ ਮੈਨੂੰ ਕਹਿਤਾ ਚਾਹ ਛਕਿਆ, ਫਿਰ ਬਾਬਾ ਠਾਕੁਰ ਸਿੰਘ ਕਹਿੰਦੇ ਮੇਰੇ ਮਨ 'ਚ ਆ ਵੀ ਹੁਣ ਤਾਂ ਚਾਹ ਛਕ ਕੇ ਆਇਆ ਅਤੇ ਮਹਾਂਪੁਰਖਾਂ ਨੇ ਮੈਨੂੰ ਹੁਣ ਫੇਰ ਕਹਿਤਾ ਵੀ ਚਾਹ ਛਕਿਆ। ਫਿਰ ਕਹਿੰਦੇ ਮੇਰੇ ਮਨ 'ਚ ਵਿਚਾਰ ਆਈ ਕਿ ਮਹਾਂਪੁਰਖਾਂ ਦਾ ਵਚਨ ਮੋੜ ਲੈਣਾ ਚਾਹੀਦਾ, ਕਿਉਂ ਪਹਿਲੀ ਵਾਰ ਚਾਹ ਤਾਂ ਆਪਣੀ ਮਰਜ਼ੀ ਨਾਲ ਛਕੀ ਆ, ਪਰ ਹੁਣ ਹੁਕਮ ਨਾਲ ਛਕਣੀ ਜਿਹੜੀ ਆ ਉਹ ਮਹਾਂਪੁਰਖਾਂ ਦੀ ਪ੍ਰਸੰਨਤਾ ਹਾਸਲ ਕਰਨ ਵਾਲੀ ਗੱਲ ਆ। ਇਹ ਸੋਚ ਕੇ ਕਹਿੰਦੇ ਫਿਰ ਅਸੀਂ ਲੰਗਰ ਹਾਲ 'ਚ ਗਏ, ਉੱਥੋਂ ਫੇਰ ਚਾਹ ਦਾ ਇੱਕ ਬਾਟਾ ਛਕ ਲਿਆ। ਫਿਰ ਆ ਕੇ ਕਹਿੰਦੇ ਮਹਾਂਪੁਰਖਾਂ ਦੇ ਪਾਸ ਆ ਕੇ ਮੱਥਾ ਟੇਕ ਕੇ ਫਿਰ ਬੈਠ ਗਏ। ਜਦੋਂ ਫਿਰ ਬੈਠੇ ਤਾਂ ਕਹਿੰਦੇ ਬਾਬਾ ਜੀ ਸਿੰਘ ਨੇ ਮੇਰੇ ਵੱਲ ਦੇਖਿਆ ਅਤੇ ਮੈਨੂੰ ਕਹਿਣ ਲੱਗੇ ਕਹਿੰਦੇ ਭਾਈ ਜਾ ਕੇ ਚਾਹ ਛਕਿਓ। ਜਦ ਇੰਨੀ ਗੱਲ ਹੋਈ ਤੀਸਰਾ ਕਹਿੰਦੇ ਉਹਨੇ ਫੇਰ ਵਚਨ ਕੀਤਾ ਅਤੇ ਬਾਬਾ ਠਾਕੁਰ ਸਿੰਘ ਕਹਿਣ ਲੱਗੇ ਕਿ ਮੈਂ ਫਿਰ ਮਹਾਂਪੁਰਖਾਂ ਨੂੰ ਕਹਿ ਤਾ ਜੀ ਮੈਂ ਤਾਂ ਸਮਾਂ 2 ਵਾਰੀ ਚਾਹ ਛਕ ਰਿਹਾ ਆਇਆ, ਇੱਕ ਵਾਰੀ ਤਾਂ ਮੈਂ ਆਉਂਦੇ ਨਹੀਂ ਛਕ ਲਈ, ਦੂਸਰੀ ਵਾਰੀ ਤੁਸੀਂ ਫੇਰ ਕਹਿ ਤਾ ਮੈਂ ਹੁਣ ਫੇਰ ਚਾਹ ਛਕ ਕੇ ਆਇਆ। ਜਦ ਇੰਨੀ ਗੱਲ ਹੋਈ ਅਤੇ ਫਿਰ ਕਹਿੰਦੇ ਮਹਾਂਪੁਰਖ ਜਿਹੜੇ ਸੀ ਉਹ ਮੇਰੇ ਵੱਲ ਦੇਖ ਕੇ ਚੁੱਪ ਕਰਕੇ ਅਤੇ ਮੈਨੂੰ ਕਹਿਣ ਲੱਗੇ ਚਲੋ ਠੀਕ ਆ ਭਾਈ ਫਿਰ ਹੁਣ ਤੁਸੀਂ ਬੈਠ ਜਾਓ ਕੋਈ ਗੱਲ ਨਹੀਂ। ਜਦ ਕਹਿੰਦੇ ਇੰਨੀ ਗੱਲ ਹੋਈ ਅਤੇ ਬਾਬਾ ਠਾਕੁਰ ਸਿੰਘ ਕਹਿਣ ਲੱਗੇ ਵੀ ਵਚਨ ਤੀਸਰੀ ਵਾਰੀ ਨਾ ਮੰਨਣ ਦੇ ਕਾਰਨ ਕਰਕੇ ਮੈਨੂੰ ਉਸੇ ਟਾਈਮ ਇਸ ਤਰ੍ਹਾਂ ਮਹਿਸੂਸ ਹੋਇਆ ਜਿਵੇਂ ਮੇਰੇ ਪੇਟ ਦੇ ਵਿੱਚ ਜਿਹੜੀ ਆ ਉਹ ਹਵਾ ਭਰ ਗਈ ਹੁੰਦੀ ਆ, ਅਤੇ ਮੇਰਾ ਪੇਟ ਜਿਹੜਾ ਸੀਗਾ ਕਹਿੰਦੇ ਫੁੱਲਣ ਲੱਗ ਪਿਆ। ਜਦੋਂ ਪੇਟ ਫੁੱਲਣ ਲੱਗ ਪਿਆ ਅਤੇ ਪੇਟ ਦੇ ਵਿੱਚ ਗੜਬੜ ਮੈਨੂੰ ਮਹਿਸੂਸ ਹੋਈ ਅਤੇ ਮੈਨੂੰ ਫਿਰ ਆਪਣੀ ਗਲਤੀ ਦਾ ਅਹਿਸਾਸ ਹੋਇਆ ਕਿ ਮਹਾਂਪੁਰਖਾਂ ਨੇ ਭਾਵੇਂ ਤੀਸਰੀ ਵਾਰੀ ਮੈਨੂੰ ਚਾਹ ਛਕਣ ਲਈ ਕਹਿ ਦਿੱਤਾ ਹੈਗਾ, ਪਰ ਮੈਨੂੰ ਵਚਨ ਜਿਹੜਾ ਸੀਗਾ ਇਹਨਾਂ ਦਾ ਮੰਨਣਾ ਚਾਹੀਦਾ ਸੀਗਾ। ਪਰ ਕਹਿੰਦੇ ਹੁਣ ਪੇਟ ਜਿਹੜਾ ਸੀਗਾ ਮੇਰਾ ਯਕਦਮ ਹਵਾ ਭਰਨ ਦੇ ਨਾਲ ਜਦੋਂ ਫੁੱਲਿਆ ਗੜਬੜ ਮੈਨੂੰ ਮਹਿਸੂਸ ਹੋਈ। ਮੈਂ ਕਹਿੰਦੇ ਵੀ ਉਸੇ ਟਾਈਮ ਉੱਠਿਆ, ਬਾਬਾ ਜੀ ਨੂੰ ਕਿਹਾ ਜੀ ਮੈਂ ਬਾਅਦ 'ਚ ਬੈਠਦਾ ਪਹਿਲਾਂ ਇੱਕ ਵਾਰੀ ਚਾਹ ਛਕਿਆ ਵਾਂ। ਜਦ ਇੰਨੀ ਗੱਲ ਹੋਈ ਤਾਂ ਕਹਿੰਦੇ ਫਿਰ ਬਾਬਾ ਜੀ ਸਿੰਘ ਜੀ ਮੁਸਕਰਾ ਕੇ ਮੈਨੂੰ ਕਹਿਣ ਲੱਗੇ ਕਹਿੰਦੇ ਭਾਈ ਅਸੀਂ ਤਾਂ ਤੈਨੂੰ ਪਹਿਲਾਂ ਕਹਿੰਦੇ ਸੀਗੇ ਵੀ ਤੂੰ ਚਾਹ ਛਕਿਆ, ਜਾ ਫਿਰ ਹੁਣ ਚਾਹ ਛਕ ਕੇ ਫੇਰ ਆ ਕੇ ਬੈਠੇ। ਕਹਿੰਦੇ ਫਿਰ ਮੈਂ ਤੀਸਰੀ ਵਾਰੀ ਚਾਹ ਛਕੀ, ਚਾਹ ਛਕਦੇ ਸਾਰੀ ਕਹਿੰਦੇ ਜਿਹੜਾ ਪੇਟ ਸੀਗਾ ਬਿਲਕੁਲ ਨੋਰਮਲ ਹੋ ਗਿਆ। ਉਹ ਤੋਂ ਬਾਅਦ ਫਿਰ ਕਹਿੰਦੇ ਅਸੀਂ ਮਹਾਂਪੁਰਖਾਂ ਦੇ ਪਾਸ ਬੈਠ ਗਏ। ਕਹਿੰਦੇ ਬਾਬਾ ਅਜੀਤ ਸਿੰਘ ਹੁਣਾਂ ਦੇ ਕੋਲ ਜਿਹੜੀ ਬਚਪਨ ਦੀਆਂ ਫਿਰ ਅਸੀਂ ਬਹੁਤ ਸਾਰੀਆਂ ਐਸੀਆਂ ਘਟਨਾਵਾਂ ਜਿਹੜੀਆਂ ਮਹਾਂਪੁਰਖਾਂ ਦੇ ਸਾਡੇ ਨਾਲ ਸਾਂਝੀਆਂ ਕੀਤੀਆਂ ਸੀ, ਜਿਸ ਨੂੰ ਦੇਖ ਕੇ ਇੱਕ ਆਮ ਆਦਮੀ ਦੀ ਜਿਹੜੀ ਆ ਅਕਲ ਉਹ ਬੜੀ ਚਾਤਰਕ ਰਹਿ ਜਾਂਦੀ। ਇੱਕ ਵਾਰੀ ਫਿਰ ਬਾਬਾ ਠਾਕੁਰ ਸਿੰਘ ਕਹਿਣ ਲੱਗੇ ਕਿ ਬਾਬਾ ਅਜੀਤ ਸਿੰਘ ਮੈਨੂੰ ਬਾਹਰ ਲੈ ਗਏ। ਇੱਕ ਵਾਰ ਅਸੀਂ ਜਾ ਰਹੇ ਸੀ ਤਾਂ ਰਸਤੇ ਵਿੱਚ ਇੱਕ ਬੜਾ ਹੀ ਕਹਿੰਦੇ ਫਨੀਅਰ ਜਿਹੜਾ ਕਾਲੇ
ਰੰਗ ਦਾ ਨਾਗ ਸੀਗਾ, ਕਹਿੰਦੇ ਉਹਨਾਂ ਨੇ ਸਾਡਾ ਰਸਤਾ ਘੇਰ ਲਿਆ। ਜਦ ਕਹਿੰਦੇ ਰਸਤਾ ਘੇਰ ਲਿਆ ਅਤੇ ਬਾਬਾ ਅਜੀਤ ਸਿੰਘ ਉਹਨਾਂ ਦੇ ਮਨ ਦੇ ਵਿੱਚ ਕਹਿੰਦੇ ਉਸੇ ਟਾਈਮ ਜਿਹੜਾ ਸੀਗਾ ਉਹ ਬੁੜਬੜਾ ਕੇ ਨਿਕਲਿਆ। ਕਹਿੰਦੇ ਭਾਈ ਪਹਿਲਾਂ ਤਾਂ ਜਿਹੜਾ ਸੀਗਾ ਤੂੰ ਕੁਰਸੀਆਂ ਵਾਸਤੇ ਲੜਦਾ ਹੁੰਦਾ ਸੀਗਾ ਅਤੇ ਤੂੰ ਸਾਰੀ ਉਮਰ ਜਿਹੜੀ ਰਾਜਨੀਤੀ ਕੁਰਸੀਆਂ ਵਾਸਤੇ ਗਵਾਤੀ ਆ, ਅਤੇ ਕਹਿੰਦੇ ਵੀ ਭਾਈ ਹੁਣ ਅਸੀਂ ਕੀ ਕਰੀਏ, ਹੁਣ ਤੂੰ ਆਪਣੀ ਜੂਨੀ ਬਖਸ਼ਾਉਣ ਵਾਸਤੇ ਸਾਡਾ ਰਾਹ ਰੋਕਦਾ ਫਿਰਦਾ ਹੈ ਅਤੇ ਅਸੀਂ ਤੇਰੇ ਵਾਸਤੇ ਕੁਛ ਨਹੀਂ ਕਰ ਸਕਦੇ। ਪਰ ਕਹਿੰਦੇ ਜਦੋਂ ਇੰਨੀ ਗੱਲ ਹੋਈ ਸੀ ਤਾਂ ਕਹਿੰਦੇ ਵੀ ਫਿਰ ਅਸੀਂ ਮਹਾਂਪੁਰਖਾਂ ਨੂੰ ਪੁੱਛਿਆ ਸੀ, ਬਾਬਾ ਜੀ ਵੀ ਇਹ ਜਿਹੜਾ ਸੱਪ ਹੈਗਾ ਜਿਹਨੇ ਆਪਣਾ ਰਾਹ ਰੋਕਿਆ ਕੌਣ ਆ? ਅਤੇ ਕਹਿੰਦੇ ਪਰ ਬਾਬਾ ਅਜੀਤ ਸਿੰਘ ਜੀ ਜਿਹੜੇ ਇਸ ਗੱਲ ਦਾ ਟਾਲ ਮਟੋਲ ਕਰਕੇ ਕਹਿਣ ਲੱਗੇ ਚਲੋ ਛੱਡੋ ਪਰੇ ਇਸ ਗੱਲ ਨੂੰ। ਪਰ ਕਹਿੰਦੇ ਸਾਨੂੰ ਪਤਾ ਲੱਗ ਗਿਆ ਸੀਗਾ ਕਿ ਇਹ ਕੋਈ ਰਾਜਨੀਤਿਕ ਲੀਡਰ ਹੈਗਾ ਜਿਹੜਾ ਮਹਾਂਪੁਰਖਾਂ ਦੇ ਪਾਸ ਕੁਰਸੀ ਦੀ ਖਾਤਰ ਭੱਜਾ ਰਹਿੰਦਾ ਸੀਗਾ, ਅਤੇ ਕੁਰਸੀ ਦੇ ਲੋਭ ਦੇ ਕਰਕੇ, ਮਾਇਆ ਦੇ ਲੋਭ ਦੇ ਕਰਕੇ ਜਦ ਇਹਦੀ ਮੌਤ ਹੋਈ ਹੈ ਅਤੇ ਸੱਪ ਦੀ ਜੂਨੇ ਪਿਆ ਹੈਗਾ। ਇਹ ਤਾਤਕ ਜਿਹੜੇ ਨਾ ਬਚਨ ਮਹਾਂਪੁਰਖ ਜਿਹੜੇ ਸੀਗੇ ਉਹ ਬਾਬਾ ਠਾਕਰ ਸੋਹਣਾ ਨਾਲ ਸਾਂਝੇ ਕਰ ਲੈਂਦੇ ਸੀ। ਇੱਕ ਵਾਰੀ ਬਾਬਾ ਠਾਕਰ ਸੋਹਣੀ ਕਹਿਣ ਲੱਗੇ, ਕਹਿੰਦੇ ਕਿ ਮਹਾਂਪੁਰਖ ਸਾਨੂੰ ਦੱਸਦੇ ਹੁੰਦੇ ਸੀਗੇ ਵੀ ਆਹ ਜਿਹੜਾ ਇਲਾਕਾ ਹੈ ਨਾ ਹੰਸਾਲੀ ਹੈਗਾ, ਇਹ ਹੰਸਾਲੀ ਇੱਕ ਰਾਜਾ ਹੋਇਆ ਹੈਗਾ, ਉਸ ਰਾਜੇ ਦਾ ਨਾਂ ਸੀ ਹੰਸਾਵਲੀ। ਸੋ ਹੰਸਾਵਲੀ ਰਾਜੇ ਦੇ ਨਾਂ ਦੇ ਉੱਤੇ ਪਿੰਡ ਦਾ ਨਾਂ ਕਹਿੰਦੇ ਹੰਸਾਲੀ ਪਿਆ ਹੈਗਾ। ਫਿਰ ਉਹਨੇ ਦੱਸਿਆ ਸੀਗਾ ਕਿ ਇੱਥੇ ਸਤਲੁਜ ਦਰਿਆ ਜਿਹੜਾ ਸੀ ਇੱਥੋਂ ਦੀ ਲੰਘਦਾ ਹੁੰਦਾ ਸੀਗਾ, ਅਤੇ ਇਸ ਇਲਾਕੇ ਦਾ ਨਾਮ ਮਹਾਂਪੁਰਖਾਂ ਨੇ ਰੁਮਾਣਾ ਦੱਸਿਆ ਹੁੰਦਾ ਸੀ। ਅਤੇ ਕਈਆਂ ਸੰਗਤ ਨੇ ਪੁੱਛਿਆ ਕਿ ਬਾਬਾ ਜੀ ਨੇ ਇਸ ਦਾ ਨਾਂ ਰੁਮਾਣਾ ਕਾਹਤੇ ਰੱਖਿਆ ਹੈ? ਅਤੇ ਫਿਰ ਬਾਬਾ ਠਾਕਰ ਨੂੰ ਦੱਸਿਆ ਸੀ, ਕਹਿੰਦੇ ਵੀ ਭਾਈ ਬਾਬਾ ਜੀ ਸਾਡੇ ਨਾਲ ਇਹ ਵਿਚਾਰ ਜਿਹੜੀ ਸੀ ਬਚਨ ਸਾਂਝੇ ਕੀਤੇ ਸੀਗੇ ਕਿ ਜਿਹੜਾ ਕ੍ਰਿਸ਼ਨ ਭਗਵਾਨ ਦੇ ਨਾਲ ਕਾਲੀ ਨਾਗ ਦਾ ਕੌਤਕ ਹੋਇਆ ਸੀਗਾ ਹੈ ਨਾ, ਉਹ ਇਸੇ ਸਥਾਨ 'ਤੇ ਹੋਇਆ ਸੀਗਾ। ਸੋ ਉਸ ਤੋਂ ਬਾਅਦ ਫਿਰ ਕਹਿੰਦੇ ਮਹਾਂਪੁਰਖਾਂ ਨੇ ਜਿਹੜੇ ਸੀਗੇ ਹੋਰ ਵੀ ਕਈ ਇਸ ਤਰ੍ਹਾਂ ਦੇ ਬਚਨ ਸਾਡੇ ਨਾਲ ਸਾਂਝੇ ਕੀਤੇ ਸੀਗੇ ਕਿ ਜਿਨ੍ਹਾਂ ਨੂੰ ਦੇਖ ਕੇ ਜਿਹੜੀ ਅਕਲ ਆ ਬੜੀ ਚਾਤਰਕ ਰਹਿ ਜਾਂਦੀ। ਬਾਕੀ ਕਹਿੰਦੇ ਮਹਾਂਪੁਰਖਾਂ ਨੇ ਦੱਸਿਆ ਸੀਗਾ ਕਿ ਇੱਥੋਂ ਨਾਲ ਦੀ ਹੈ ਨਾ ਸ਼ੇਰ ਸਾਹਿਬ ਸ਼ੂਰੀ ਜਿਹੜਾ ਮਾਰਗ ਬਣਾਇਆ ਹੁੰਦਾ ਸੀਗਾ, ਉੱਥੇ ਕਹਿੰਦੇ ਵੀ ਇੱਥੇ ਦੇ ਨਾਲ ਦੀ ਹੁੰਦਾ ਸੀਗਾ। ਸੋ ਇਸ ਤਰ੍ਹਾਂ ਦੀ ਉਹ ਸਾਰੀਆਂ ਜਿਹੜੀਆਂ ਪੁਰਾਣੀਆਂ ਬੜੀਆਂ ਜੋ ਨਿਸ਼ਾਨੀਆਂ ਹੈਗੀਆਂ ਕਹਿੰਦੇ ਮਹਾਂਪੁਰਖ ਸਾਨੂੰ ਦੱਸਦੇ ਹੁੰਦੇ ਸੀਗੇ ਕਿ ਇਸ ਯੁੱਗ ਦੇ ਵਿੱਚ ਹੈ ਨਾ ਇੱਥੇ ਇਸ ਤਰ੍ਹਾਂ ਹੁੰਦਾ ਸੀ। ਫਿਰ ਮਹਾਂਪੁਰਖ ਇਹ ਵੀ ਦੱਸਦੇ ਹੁੰਦੇ ਸੀਗੇ ਕਿ ਆ ਜਿਹੜੀ ਹੰਸਾਲੀ ਸਾਹਿਬ ਵਾਸੀ ਅਸਥਾਨ ਹੈਗਾ, ਇੱਥੇ ਗੁਰੂ ਅਮਰਦਾਸ ਮਹਾਰਾਜ ਆਏ ਆ, ਇੱਥੇ ਧੰਨ ਗੁਰੂ ਅੰਗਦ ਦੇਵ ਜੀ ਔਰ ਗੁਰੂ ਨਾਨਕ ਸਾਹਿਬ ਮਹਾਰਾਜ ਜਿਹੜੇ ਸੀਗੇ ਇੱਥੇ ਆ ਕੇ ਰੁਕੇ ਆ। ਉਸ ਤੋਂ ਬਾਅਦ ਫਿਰ ਕਹਿੰਦੇ ਮਹਾਂਪੁਰਖਾਂ ਸਾਨੂੰ ਦੱਸਿਆ ਸੀਗਾ ਵੀ ਇੱਥੇ 6ਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜਿਹੜੇ ਸੀਗੇ ਇਸ ਅਸਥਾਨ 'ਤੇ ਆਏ ਆ। ਸੋ ਇਹ ਅਸਥਾਨ ਪ੍ਰਗਟ ਕਰਨ ਵਾਸਤੇ ਹੀ ਮਹਾਂਪੁਰਖਾਂ ਨੇ ਇਸ ਅਸਥਾਨ ਦੇ ਉੱਤੇ ਜਿਹੜੀ ਸੀਗੀ ਆਪਣੀ ਭਜਨ ਬੰਦਗੀ ਕੀਤੀ ਸੀ ਅਤੇ ਇਸ ਨੂੰ ਜਿਹੜਾ ਸੀਗਾ ਉਹ ਸਿੱਖੀ ਦਾ ਕੇਂਦਰ ਬਣਾਇਆ ਸੀਗਾ। ਸੋ ਇਸ ਤਰ੍ਹਾਂ ਦੀ ਇੱਕ ਨਹੀਂ ਅਨੇਕਾਂ ਘਟਨਾਵਾਂ ਜਿਹੜੀਆਂ ਉਹ ਬਾਬਾ ਅਜੀਤ ਸਿੰਘ ਹੰਸਾਲੀ ਵਾਲੇ ਦੇ ਜੀਵਨ ਦੇ ਵਿੱਚ ਸਧਾਰਨ ਤੋਂ ਸਧਾਰਨ ਜਿਹੜੀਆਂ ਪ੍ਰਾਪਤ ਹੋ ਜਾਂਦੀਆਂ ਹੈ। ਸੋ ਇਹ ਨਾ ਮਹਾਂਪੁਰਖਾਂ ਦੀ ਅੰਤਰ ਆਤਮਾ ਦੀ ਜਿਹੜੀ ਜਨਨੀ ਹੈਗੀ ਉਹ ਬੜੀ ਗਹਿਰਾਈ ਆ, ਉਸ ਤੋਂ ਸਾਨੂੰ ਪਤਾ ਲੱਗਦਾ ਹੈਗਾ ਕਿ ਬਾਬਾ ਅਜੀਤ ਸਿੰਘ ਹੰਸਾਲੀ ਵਾਲੇ ਮਹਾਂਪੁਰਖ ਕਿਵੇਂ ਕਿਸੇ ਦੇ ਆਉਣ ਵਾਲੇ ਜੀਵਨ ਦੀਆਂ ਘਟਨਾਵਾਂ ਤੋਂ ਪਹਿਲਾਂ ਹੀ ਉਸ ਨੂੰ ਜਾਣੂ ਕਰਾ ਕੇ ਅਤੇ ਉਸ ਦੀ ਨਾ ਸਹਾਇਤਾ ਕਰਦੇ ਹੁੰਦੇ ਸੀ। ਬਾਬਾ ਠਾਕਰ ਸੋਹਣੀ ਦੱਸਦੇ ਸੀ ਕਿ ਇੱਕ ਵਾਰ ਅਸੀਂ ਜਦ ਮਹਾਂਪੁਰਖਾਂ ਦੇ ਦਰਸ਼ਨ ਕਰਨ ਵਾਸਤੇ ਆਏ ਸੀ, ਉਸ ਟਾਈਮ ਕਹਿੰਦੇ ਵੀ ਸਾਡੀ ਜਿਹੜੀ ਕਾਰ ਸੀ ਹੈ ਨਾ ਜਗ੍ਹਾ 'ਤੇ ਗਰੇਵਾਲ ਦੀ ਗੱਡੀ ਸੀਗੀ। ਕਹਿੰਦੇ ਜਦੋਂ ਅਸੀਂ ਜਾਣ ਲੱਗੇ ਅਤੇ ਮਹਾਂਪੁਰਖ ਸਾਨੂੰ ਕਹਿਣ ਲੱਗੇ, ਕਹਿੰਦੇ ਵੀ ਤੁਸੀਂ ਸਾਡੇ ਡਰਾਈਵਰ ਨਾ ਹਰੀ ਸਿੰਘ ਦੀ ਗੱਡੀ ਵੀ ਨਾਲ ਲੈ ਜਾਓ। ਜਦ ਇੰਨੀ ਗੱਲ ਹੋਈ ਤਾਂ ਬਾਬਾ ਠਾਕਰ ਸਿੰਘ ਕਹਿਣ ਲੱਗੇ, ਕਹਿੰਦੇ ਅਸੀਂ ਮਹਾਂਪੁਰਖ ਨੂੰ ਆਖਿਆ ਜੀ ਸਾਡੇ ਕੋਲ ਇੱਕ ਗੱਡੀ ਬੜੀ ਆ, ਅਸੀਂ ਇੰਨੀਆਂ ਗੱਡੀਆਂ ਕੀ ਕਰਨੀਆਂ? ਕਹਿੰਦੇ ਭਾਈ ਕੋਈ ਗੱਲ ਨਹੀਂ, ਤੁਸੀਂ ਹਰੀ ਸਿੰਘ ਵੀ ਤੁਹਾਡੇ ਨਾਲ ਚਲੇ ਜਾਂਦਾ। ਕਹਿੰਦੇ ਵੀ ਚਲੋ ਅਸੀਂ ਮਹਾਂਪੁਰਖਾਂ ਦਾ ਬਚਨ ਜਿਹੜਾ ਸੀਗਾ ਉਹ ਸੱਤ ਕਰਕੇ ਅਤੇ ਹਰੀ ਸਿੰਘ ਦੀ ਗੱਡੀ ਨੂੰ ਵੀ ਕਹਿ ਤਾ ਉਹ ਪਿੱਛੇ ਤੁਰ ਪਏ ਅਤੇ ਅਸੀਂ ਗਰੇਵਾਲ ਸਾਹਿਬ ਦੀ ਗੱਡੀ ਅੱਗੇ ਲਾ ਲਈ। ਬਸ ਕਹਿੰਦੇ ਜਿਉਂ ਕਹਿੰਦੇ ਤੁਰੇ ਆ ਥੋੜ੍ਹਾ ਅੱਗੇ ਗਏ ਆ ਅਤੇ ਗਰੇਵਾਲ ਗੱਡੀ ਦੇ ਜਿਹੜੇ ਨੇ ਦੋਨੇ ਟਾਇਰ ਸੀਗੇ ਕਹਿੰਦੇ ਲੈ ਕੇ ਉਹ ਗਏ। ਅਤੇ ਉਸ ਤੋਂ ਬਾਅਦ ਫਿਰ ਕਹਿੰਦੇ ਸਾਨੂੰ ਪਤਾ ਲੱਗਾ ਕਿ ਮਹਾਂਪੁਰਖਾਂ ਨੇ ਹਰੀ ਸਿੰਘ ਦੀ ਕਾਰ ਕਿਉਂ ਭੇਜੀ ਸੀ। ਫਿਰ ਕਹਿੰਦੇ ਅਸੀਂ ਡਰਾਈਵਰ ਨੂੰ ਕਿਹਾ ਵੀ ਇੱਦਾਂ ਕਰ ਹੁਣ ਤੂੰ ਟਾਇਰ ਪਵਾ ਕੇ ਫੇਰ ਆਈ ਅਤੇ ਅਸੀਂ ਤਦ ਤੱਕ ਹੈ ਨਾ ਇਹ ਹਰੀ ਸਿੰਘ ਦੀ ਗੱਡੀ ਦੇ ਵਿੱਚ ਪਟਿਆਲੇ ਚੱਲਦੇ ਹਾਂ। ਸੋ ਮਹਾਂਪੁਰਖਾਂ ਨੇ ਇਸ ਤਰ੍ਹਾਂ ਆਉਣ ਬੜੀਆਂ ਘਟਨਾਵਾਂ ਤੋਂ ਸਹਿਜ ਦੇ ਵਿੱਚ ਹੀ ਜਿਹੜੇ ਆ ਉਹ ਆਪਣੇ ਪ੍ਰੇਮੀਆਂ ਨੂੰ ਜਾਣੂ ਕਰਾ ਦਿੰਦੇ ਹੁੰਦੇ ਸੀ। ਸੋ ਬਾਬਾ ਠਾਕਰ ਸੋਹਣੀ ਇੱਥੋਂ ਤੱਕ ਦੱਸਦੇ ਹੁੰਦੇ ਸੀ ਕਿ ਕਈ ਵਾਰ ਮਹਾਂਪੁਰਖਾਂ ਦੇ ਪਾਸ ਜਦੋਂ ਅਸੀਂ ਦਰਸ਼ਨ ਕਰਨ ਆਉਂਦੇ ਮਹਾਂਪੁਰਖਾਂ ਕਹਿਣਾ ਵੀ ਲੈ ਭਾਈ ਹੁਣ ਤੂੰ ਨਾ ਰਾਤ ਰਹਿ ਕੇ ਸਾਡੇ ਪਾਸ ਫਿਰ ਜਾਈਂ। ਪਰ ਕਹਿੰਦੇ ਅਸੀਂ ਮਹਾਂਪੁਰਖਾਂ ਨੂੰ ਕਹਿਣਾ ਮਹਾਂਪੁਰਖੋ ਸਾਡੇ ਪਾਸ ਨਾ ਕਛਹਿਰਾ ਪਰਨਾ ਨਹੀਂ ਆ, ਜਦ ਇਹ ਬਹਾਨਾ ਮਾਰਨਾ ਅਤੇ ਕਹਿੰਦੇ ਫਿਰ ਬਾਬਾ ਜੀ ਨੇ ਕਹਿਣਾ ਕੋਈ ਗੱਲ ਨਹੀਂ ਕਛਹਿਰਾ ਪਰਨਾ ਤਾਂ ਤੈਨੂੰ ਅਸੀਂ ਆਪਣੇ ਕੋਲੋਂ ਦੇ ਦਿਆਂਗੇ। ਇਸ ਤਰ੍ਹਾਂ ਕਹਿੰਦੇ ਫਿਰ ਜਦ 4-5 ਵਾਰੀ ਅਸੀਂ ਨਵਾਂ ਕਛਹਿਰਾ ਪਰਨਾ ਮਹਾਂਪੁਰਖਾਂ ਤੋਂ ਇਸ ਤਰ੍ਹਾਂ ਮੰਗ ਲਿਆ ਸੀ ਅਤੇ ਕੁਛ ਪ੍ਰੇਮੀ ਜਿਹੜੇ ਸੀ ਕਹਿੰਦੇ ਉਹ ਸਾਡੇ ਨਾਲ ਥੋੜ੍ਹੇ ਜਿਹੇ ਨਾਰਾਜ਼ ਹੋ ਕੇ ਕਹਿਣ ਲੱਗੇ ਜਦੋਂ ਤੂੰ ਵੀ ਆਉਂਦਾ ਹੈਗਾ ਤਾਂ ਹਰੇਕ ਵਾਰ ਨਵਾਂ ਕਛਹਿਰਾ ਪਰਨਾ ਜਿਹੜਾ ਹੈਗਾ ਉਹ ਮਹਾਂਪੁਰਖ ਉਹ ਮੰਗ ਲੈਂਦਾ ਹੈਗਾ। ਅਤੇ ਕਹਿੰਦੇ ਅਸੀਂ ਇਹ ਗੱਲ ਜਿਹੜੀ ਸੀ ਬਾਬਾ ਅਜੀਤ ਸਿੰਘ ਹੁਣਾਂ ਨੂੰ ਦੱਸ ਦਿੱਤੀ ਸੀ। ਕਹਿੰਦੇ ਬਾਬਾ ਜੀ ਹੱਸ ਕੇ ਕਹਿਣ ਲੱਗੇ, ਕਹਿੰਦੇ ਭਾਈ ਇਹ ਜਿਹੜੇ ਪ੍ਰੇਮੀ ਤੇਰੇ ਨਾਲ ਥੋੜ੍ਹੀ ਨਾਰਾਜ਼ਗੀ ਕਰਦੇ ਆ ਇਹ ਇੰਨੇ ਜਾਣਦੇ ਨਹੀਂ ਆ, ਇਹਨਾਂ ਨੂੰ ਇਹ ਨਹੀਂ ਪਤਾ ਕਿ ਆਪਣਾ ਜਿਹੜਾ ਹਿਸਾਬ ਕਿਤਾਬ ਹੈ ਸੰਬੰਧ ਹੈ ਨਾ ਉਹ ਪਿਛਲਾ ਕਈਆਂ ਜਨਮਾਂ ਤੋਂ ਚੱਲ ਰਿਹਾ ਹੈਗਾ।
ਇਹ ਕਹਿੰਦੇ ਹਨ ਬਾਬਾ ਅਜੀਤ ਸਿੰਘ ਸਾਲੀ ਵਾਲੇ ਜਿਹੜੇ ਸੀ ਉਹਨਾਂ ਨੇ ਕਹਿੰਦੇ ਸਾਨੂੰ ਇਸ ਗੱਲ ਦਾ ਸਾਰਾ ਭੇਦ ਜਿਹੜਾ ਸੀ ਉਹ ਦੱਸਿਆ ਹੁੰਦਾ ਸੀ। ਇੱਕ ਵਾਰ ਦੱਸਦੇ ਆ ਮਹਾਂਪੁਰਖ ਕਿ ਇੱਕ ਵਾਰ ਹੈ ਨਾ ਇੱਕ ਪ੍ਰੇਮੀ ਮਹਾਂਪੁਰਖਾਂ ਦੇ ਦਰਸ਼ਨ ਕਰਨ ਵਾਸਤੇ ਆਇਆ। ਜਦੋਂ ਕਹਿੰਦੇ ਬਾਬਾ ਅਜੀਤ ਸਿੰਘ ਹੁਣ ਦੇ ਦਰਸ਼ਨ ਕਰਨ ਵਾਸਤੇ ਆਇਆ ਤਾਂ ਬਾਬਾ ਅਜੀਤ ਸਿੰਘ ਉਹਨੂੰ ਕਹਿਣ ਲੱਗੇ, ਕਹਿੰਦੇ ਭਾਈ ਇੱਕ ਤੂੰ ਕੰਮ ਕਰੂੰਗਾ। ਕਹਿੰਦੇ ਪ੍ਰੇਮੀ ਕਹਿਣ ਲੱਗੇ ਜੀ ਦੱਸੋ। ਜਦ ਇੰਨੀ ਗੱਲ ਹੋਈ ਤਾਂ ਮਹਾਂਪੁਰਖ ਕਹਿਣ ਲੱਗੇ, ਕਹਿੰਦੇ ਭਾਈ ਜੇ ਤੂੰ ਬਚਨ ਮੰਨੂਗਾ ਤਾਂ ਫਿਰ ਦੱਸਾਂਗੇ, ਜੇ ਤੂੰ ਬਚਨ ਨਹੀਂ ਮੰਨਣਾ ਫਿਰ ਦੱਸਣ ਦਾ ਕੋਈ ਫਾਇਦਾ ਨਹੀਂ। ਪਰ ਕਹਿੰਦੇ ਪ੍ਰੇਮੀ ਕਹਿਣ ਲੱਗਾ ਮਹਾਂਪੁਰਖੋ ਜੋ ਤੁਸੀਂ ਕਹੋਗੇ ਹੈ ਨਾ ਮੈਂ ਆਪ ਜੀ ਦਾ ਬਚਨ ਜ਼ਰੂਰ ਮੰਨੂਗਾ। ਤੇ ਬਾਬਾ ਅਜੀਤ ਸਿੰਘ ਜੀ ਕਹਿਣ ਲੱਗੇ, ਕਹਿੰਦੇ ਭਾਈ ਇੱਦਾਂ ਕਰ, ਘਰ ਜਾ ਕੇ ਨਾ ਇੱਕ ਤੂੰ ਅਖੰਡ ਪਾਠ ਸਾਹਿਬ ਰਖਾ। ਤੇ ਕਹਿੰਦੇ ਅਖੰਡ ਪਾਠ ਸਾਹਿਬ ਰਖਾ ਕੇ ਆਲੇ ਦੁਆਲੇ ਜਿੰਨੀ ਵੀ ਸੰਗਤ ਵਾ ਉਸ ਨੂੰ ਆਪਣੇ ਘਰ ਬੁਲਾ, ਆਪਣੇ ਰਿਸ਼ਤੇਦਾਰ ਬੁਲਾ ਤੇ ਉਹਨਾਂ ਦੀ ਲੰਗਰ ਪਾਣੀ ਦੇ ਨਾਲ ਖੂਬ ਸੇਵਾ ਕਰ। ਜਦ ਕਹਿੰਦੇ ਇਹ ਬਚਨ ਕੀਤਾ ਤੇ ਫਿਰ ਉਹ ਪ੍ਰੇਮੀ ਕਹਿਣ ਲੱਗਾ ਕਿ ਮੈਂ ਹੈਰਾਨ ਰਹਿ ਗਿਆ ਵੀ ਬਿਨਾਂ ਕਿਸੇ ਕਾਰਜ ਤੋਂ ਬਿਨਾਂ ਕੰਮ ਤੋਂ ਮਹਾਂਪੁਰਖਾਂ ਨੇ ਮੈਨੂੰ ਕਹਿ ਦਿੱਤਾ ਹੈ ਕਿ ਘਰ ਦੇ ਵਿੱਚ ਅਖੰਡ ਪਾਠ ਸਾਹਿਬ ਰਖਾ ਲਾ ਤੇ ਸੰਗਤ ਜਿਹੜੀ ਉਹ ਪੂਰੀ ਸਾਦੇ ਤੋਂ ਉਹਨਾਂ ਦੀ ਸੇਵਾ ਵੀ ਜਿਹੜੀ ਬੜੀ ਪ੍ਰੇਮ ਭਾਵਨਾ ਨਾਲ ਕਰ। ਪਰ ਕਹਿੰਦੇ ਮੈਂ ਸਮਝ ਨਹੀਂ ਸਕਿਆ। ਪਰ ਹੁਣ ਮਹਾਂਪੁਰਖਾਂ ਦੇ ਅੱਗੇ ਕਹਿੰਦੇ ਅਸੀਂ ਕੁਝ ਕਹਿ ਨਹੀਂ ਸਕਦੇ। ਖੈਰ ਕਹਿੰਦੇ ਮੈਂ 7 ਵਜੇ ਕਰਕੇ ਘਰ ਆਇਆ। ਘਰ ਆ ਕੇ ਅਖੰਡ ਪਾਠ ਸਾਹਿਬ ਦੀ ਤਿਆਰੀ ਕੀਤੀ। ਆਪਣੇ ਰਿਸ਼ਤੇਦਾਰ ਸੱਜਣ ਮਿੱਤਰ ਅਤੇ ਆਪਣੇ ਪਿੰਡ ਦੇ ਇਲਾਕੇ ਦੇ ਜਿੰਨੇ ਘਰ ਸੀ ਸਾਰੀ ਸੰਗਤ ਨੂੰ ਘਰ 'ਚ ਬੁਲਾਇਆ ਅਤੇ ਉਹਨਾਂ ਦੀ ਬਹੁਤ ਸੇਵਾ ਕੀਤੀ। ਅਤੇ ਉਹਨਾਂ ਸਮਿਆਂ ਦੇ ਵਿੱਚ ਕਹਿੰਦੇ ਵੀ ਸਾਡਾ ਤਕਰੀਬਨ 20,000 ਰੁਪਈਆ ਖਰਚਾ ਆਇਆ। ਉਹ ਪ੍ਰੇਮੀ ਕਹਿਣ ਲੱਗਾ ਜਦੋਂ ਸਾਡਾ 20,000 ਰੁਪਈਆ ਖਰਚਾ ਆਇਆ ਉਹਨਾਂ ਸਮਿਆਂ ਦੇ ਵਿੱਚ ਇਹ 20,000 ਰੁਪਈਆ ਜਿਹੜਾ ਸੀਗਾ ਅੱਜ ਦੇ ਹਿਸਾਬ ਨਾਲ 1,00,000 1,50,000 ਦਾ ਖਰਚਾ ਸੀਗਾ। ਸੋ ਕਹਿੰਦੇ ਜਦੋਂ ਅਸੀਂ ਅਖੰਡ ਪਾਠ ਸਾਹਿਬ ਕਰਾਤਾ ਪਰ ਮਨ ਵਿੱਚ ਵਿਚਾਰੇ ਕਿ ਮਹਾਂਪੁਰਖਾਂ ਨੇ ਸਾਡੇ ਤੋਂ ਇਹ ਅਖੰਡ ਪਾਠ ਸਾਹਿਬ ਦੀ ਸੇਵਾ ਪਤਾ ਨਹੀਂ ਕਾਹਦੇ ਲਈ ਆ। ਪਰ ਕਹਿੰਦੇ ਜਦੋਂ ਅਸੀਂ ਮਨ 'ਚ ਸੋਚਦੇ ਹੁੰਦੇ ਸੀ ਪਰ ਉਹੀ ਗੱਲ ਹੋਈ। ਇੱਕ ਦਿਨ ਕਹਿੰਦੇ ਵੀ ਜਦੋਂ ਅਸੀਂ ਹੈ ਨਾ ਸਰਹੰਦ ਤੋਂ ਜਿਹੜਾ ਰੋਡ GT ਰੋਡ ਵੱਲ ਨੂੰ ਸੜਕ ਆਉਂਦੀ ਆ ਰਸਤੇ ਦੇ ਵਿੱਚ ਇੱਕ ਹੈ ਨਾ ਭਰਤਪੁਰ ਚੌਂਕ ਪੈਂਦਾ ਹੈਗਾ। ਜਦੋਂ ਕਹਿੰਦੇ ਅਸੀਂ ਉੱਥੋਂ ਦੀ ਲੰਘਣ ਲੱਗੇ ਅਤੇ ਅਸੀਂ ਫਿਰ ਉਹ ਪ੍ਰੇਮੀ ਕਹਿਣ ਲੱਗੇ ਕੀ ਦੇਖਿਆ ਕਿ ਸਾਹਮਣੇ ਹੈ ਨਾ ਇੱਕ ਬਹੁਤ ਹੀ ਤੇਜ਼ ਰਫ਼ਤਾਰ ਦੇ ਨਾਲ ਟਰੱਕ ਆ ਰਿਹਾ ਸੀ ਅਤੇ ਅਸੀਂ ਹੈ ਨਾ ਮੋਟਰਸਾਈਕਲ 'ਤੇ ਜਾ ਰਹੇ ਸੀ ਇੱਧਰੋਂ। ਉਹ ਟਰੱਕ ਬੜੀ ਤੇਜ਼ ਰਫ਼ਤਾਰ ਨਾਲ ਸਿੱਧਾ ਸਾਡੇ ਮੋਟਰਸਾਈਕਲ ਦੇ ਵਿੱਚ ਵੱਜਾ ਅਤੇ ਬਸ ਵੱਜਦੇ ਸਾਰ ਕਹਿੰਦੇ ਵੀ ਮੋਟਰਸਾਈਕਲ ਕਿਤੇ ਅਤੇ ਪ੍ਰੇਮੀ ਕਹਿਣ ਲੱਗਾ ਕਿ ਮੈਂ ਕਿਤੇ ਜਿਹੜਾ ਸੀਗਾ ਉਹ ਕਿਲ ਬਿਲੀਆਂ ਖਾ ਕੇ ਡਿੱਗਿਆ। ਉਸ ਤੋਂ ਬਾਅਦ ਕਹਿੰਦੇ ਵੀ ਜਦੋਂ ਸਾਡਾ ਇਹ ਐਡਾ ਵੱਡਾ ਐਕਸੀਡੈਂਟ ਹੋਇਆ ਪਰ ਜਦੋਂ ਕਹਿੰਦੇ ਮੈਂ ਉੱਠਿਆ ਮੈਂ ਹੈਰਾਨ ਸੀਗਾ ਕਿ ਮੈਨੂੰ ਹੈ ਨਾ ਝਰੀਟ ਤੱਕ ਨਹੀਂ ਲੱਗੀ ਅਤੇ ਮੈਂ ਬਿਲਕੁਲ ਸਹੀ ਸਲਾਮਤ ਉੱਠ ਕੇ ਜਿਹੜਾ ਸੀ ਉਹ ਖੜ੍ਹਾ ਹੋ ਗਿਆ। ਪਰ ਬੜੀ ਹੈਰਾਨੀ ਦੀ ਗੱਲ ਸੀਗੀ ਕਿ ਐਡਾ ਵੱਡਾ ਐਕਸੀਡੈਂਟ ਹੋਇਆ ਜਿਹਦੇ ਵਿੱਚ ਮੌਤ ਤਾਂ ਜਿਹੜੀ ਸੀ ਉਹ ਬਿਲਕੁਲ ਨਿਸ਼ਚਿਤ ਸੀਗੀ ਪਰ ਮੈਨੂੰ ਝਰੀਟ ਤੱਕ ਨਹੀਂ ਲੱਗੀ। ਇਹ ਬੜੀ ਹੈਰਾਨੀ ਦੀ ਗੱਲ ਆ। ਉਸ ਤੋਂ ਬਾਅਦ ਕਹਿੰਦੇ ਫਿਰ ਮੈਂ ਉੱਠ ਕੇ ਹੈ ਨਾ ਫਿਰ ਕਹਿੰਦੇ ਜਿੱਧਰ ਮੇਰਾ ਮੋਟਰਸਾਈਕਲ ਡਿੱਗਿਆ ਸੀਗਾ ਜਦੋਂ ਮੈਂ ਮੋਟਰਸਾਈਕਲ ਦੇ ਕੋਲ ਗਿਆ ਅਤੇ ਮੈਂ ਕੀ ਦੇਖਿਆ ਮੋਟਰਸਾਈਕਲ ਦੀ ਵੀ ਕੋਈ ਝਰੀਟ ਨਹੀਂ ਸੀਗੀ। ਅਤੇ ਹੈਰਾਨੀ ਦੀ ਗੱਲ ਹੈ ਕਿ ਜਿੱਥੇ ਮੋਟਰਸਾਈਕਲ ਦੇ ਪੂਰੇ ਫੱਕੇ ਉੱਡ ਜਾਣੇ ਚਾਹੀਦੇ ਸੀਗੇ ਮੋਟਰਸਾਈਕਲ ਚੂਰੋ ਚੂਰ ਹੋ ਜਾਣਾ ਚਾਹੀਦਾ ਸੀਗਾ ਉੱਥੇ ਝਰੀਟ ਤੱਕ ਨਹੀਂ ਸੀ। ਅਤੇ ਕਹਿੰਦੇ ਵੀ ਮੈਂ ਹੈ ਨਾ ਇਹ ਪਹਿਲੀ ਵਾਰ ਇਹੋ ਜਿਹਾ ਐਕਸੀਡੈਂਟ ਜਿਸ ਦੇ ਵਿੱਚ ਮੈਨੂੰ ਪਤਾ ਲੱਗਾ ਮਨ ਦੇ ਵਿੱਚ ਵੀ ਇਹ ਮਹਾਂਪੁਰਖਾਂ ਦੇ ਹੀ ਕੋਈ ਐਸੀ ਰਮਜ ਖੇਡ ਹੈਗੀ ਆ ਕਿ ਜਿਨ੍ਹਾਂ ਨੇ ਮੈਨੂੰ ਐਡੇ ਭਿਆਨਕ ਐਕਸੀਡੈਂਟ ਤੋਂ ਬਚਾ ਲਿਆ ਹੈਗਾ। ਫਿਰ ਉਹ ਪ੍ਰੇਮੀ ਦੱਸਦਾ ਸੀਗਾ ਫਿਰ ਅਸੀਂ ਨਾ ਮਹਾਂਪੁਰਖਾਂ ਦੇ ਪਾਸ ਦਰਸ਼ਨ ਕਰਨ ਆਏ ਅਤੇ ਮਹਾਂਪੁਰਖਾਂ ਨੂੰ ਇਹ ਸਾਰੀ ਜਿਹੜੀ ਘਟਨਾ ਐਕਸੀਡੈਂਟ ਦੀ ਦੱਸੀ ਅਤੇ ਬਾਬਾ ਅਜੀਤ ਸਿੰਘ ਜੀ ਕਹਿੰਦੇ ਕਹਿਣ ਲੱਗੇ ਕਹਿੰਦੇ ਭਾਈ ਬਈ ਸਾਨੂੰ ਪਤਾ ਜਦੋਂ ਤੂੰ ਸਾਡੇ ਦਰਸ਼ਨ ਕਰਨ ਵਾਸਤੇ ਤੂੰ ਹੈ ਨਾ ਦਸਵੰਧ ਨਹੀਂ ਕੱਢਦਾ ਹੈਗਾ ਅਤੇ ਇਹ ਜਿਹੜਾ ਐਕਸੀਡੈਂਟ ਸੀਗਾ ਤੇਰੇ ਜੀਵਨ ਦੇ ਵਿੱਚ ਹੋਣਾ ਸੀਗਾ ਅਤੇ ਜਿਹੜਾ ਤੂੰ ਪੈਸਾ ਹੋਸਪਿਟਲਾਂ ਦੇ ਵਿੱਚ ਡਾਕਟਰਾਂ ਦੇ ਵਾਸਤੇ ਆਪਣੇ ਇਲਾਜ ਵਾਸਤੇ ਲਾਉਣਾ ਸੀਗਾ ਅਤੇ ਦੂਸਰਾ ਆਪਣੇ ਸਰੀਰ ਦਾ ਐਡਾ ਭਾਰਾ ਦੁੱਖ ਝੱਲਣਾ ਸੀਗਾ ਇਹ ਸਾਰਾ ਦੁੱਖ ਜਿਹੜਾ ਹੈ ਨਾ ਇਸ ਦਾ ਕੱਟਿਆ ਇਸ ਵਾਸਤੇ ਗਿਆ ਹੈਗਾ ਕਿ ਤੇਰੀ ਜਿੰਨੀ ਵੀ ਜਿਹੜੀ ਦਸਵੰਧ ਦੀ ਸੇਵਾ ਸੀਗੀ ਅਸੀਂ ਹੈ ਨਾ ਲੰਗਰ ਦੀ ਸੇਵਾ ਦੇ ਵਿੱਚ ਤੇਰੇ ਹੱਥੋਂ ਲਵਾਤੀ ਆ। ਸੋ ਸੰਗਤ ਦੀ ਸੇਵਾ ਕਰਕੇ ਇਹ ਜਿਹੜਾ ਤੇਰਾ ਦੁੱਖ ਐਕਸੀਡੈਂਟ ਦਾ ਹੈਗਾ ਇਹ ਕਹਿੰਦੇ ਕੱਟਿਆ ਗਿਆ ਹੈਗਾ ਅਤੇ ਇਸ ਕਰਕੇ ਕਹਿੰਦੇ ਵੀ ਤੇਰੇ ਉੱਤੇ ਜਿਹੜੀ ਹੈ ਉਹ ਅਕਾਲ ਪੁਰਖ ਦੀ ਬਖਸ਼ਿਸ਼ ਦੀ ਮਿਹਰ ਹੋਈ ਆ। ਜਦ ਇੰਨੀ ਗੱਲ ਹੋਈ ਸੀ ਪ੍ਰੇਮੀ ਕਹਿੰਦੇ ਮੈਂ ਦੰਗ ਰਹਿ ਗਿਆ ਅਤੇ ਉਸ ਤੋਂ ਬਾਅਦ ਕਹਿੰਦੇ ਮੈਂ ਪ੍ਰਣ ਕੀਤਾ ਬਈ ਇਹ ਮਹਾਂਪੁਰਖਾਂ ਦਾ ਬਚਨ ਬਿਲਕੁਲ ਸੱਚ ਹੈਗਾ ਵੀ ਜਿਹੜੇ ਆਦਮੀ ਆਪਣੇ ਜੀਵਨ ਦੇ ਵਿੱਚ ਦਸਵੰਧ ਨਹੀਂ ਕੱਢਦੇ ਸੇਵਾ ਦੇ ਵਿੱਚ ਆਪਣਾ ਜਿਹੜਾ ਹਿੱਸਾ ਪੱਤੀ ਨਹੀਂ ਪਾਉਂਦੇ ਅਤੇ ਉਹਨਾਂ ਦੀ ਫਿਰ ਜਿਹੜੀ ਮਾਇਆ ਹੈਗੀ ਉਹ ਹਸਪਤਾਲਾਂ ਵਿੱਚ ਅਤੇ ਫਿਰ ਕਹਿੰਦੇ ਹੋਰ ਕਚਹਿਰੀਆਂ ਅਤੇ ਮੁਕੱਦਮਿਆਂ ਦੇ ਵਿੱਚ ਲੱਗਦੀ ਆ। ਸੋ ਕਹਿੰਦੇ ਫਿਰ ਮੈਨੂੰ ਪਤਾ ਲੱਗਿਆ ਕਿ ਵਾਹਿਗੁਰੂ ਜਿਹੜਾ ਹੈ ਨਾ ਇਨਸਾਨ ਨੂੰ ਡੰਨ ਨਾ ਭਰਾਵੇ ਦਾਨ ਜ਼ਰੂਰ ਕਰਾ ਦੇਵੇ। ਜਿਵੇਂ ਕਹਿੰਦੇ ਮਹਾਂਪੁਰਖਾਂ ਨੇ ਮੇਰੇ ਕੋਲ ਅਖੰਡ ਪਾਠ ਸਾਹਿਬ ਦੀ ਸੇਵਾ ਲੈ ਕੇ ਮੈਨੂੰ ਇਸ ਭਾਰੇ ਡੰਨ ਤੋਂ ਬਚਾ ਲਿਆ ਸੀਗਾ। ਸੋ ਇਸ ਤਰ੍ਹਾਂ ਦੀ ਇੱਕ ਨਹੀਂ ਅਨੇਕਾਂ ਘਟਨਾਵਾਂ ਮਹਾਂਪੁਰਖਾਂ ਦੇ ਜੀਵਨ ਦੇ ਵਿੱਚ ਮਿਲ ਜਾਂਦੀਆਂ ਹੈਗੀਆਂ। ਸੋ ਦੱਸ ਫਿਲਹਾਲ ਉਹਨਾਂ ਦੇ ਅੰਤਰ ਆਤਮਾ ਦਾ ਜੋ ਗਹਿਰਾ ਗਿਆਨ ਹੈ ਇਸ ਦੀ ਜਿਹੜੀ ਵਿਚਾਰ ਹੈਗੀ ਆ ਇਸ ਨੂੰ ਇੱਥੇ ਹੀ ਸਮਾਪਤ ਕਰਦਾ ਹੋਇਆ ਖਿਮਾ ਦਾ ਜਾ ਚੁੱਕਾ ਜੀ। ਹੋਈਆਂ ਬੇਅੰਤ ਭੁੱਲਾਂ ਚੁੱਕਣ ਦੀ ਖਿਮਾ ਬਖਸ਼ਣੀ ਸੋ ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।